ਸਾਂਝਾ ਪੰਜਾਬ ਟੀਵੀ। ਮੈਂ ਹਾਂ ਤੁਹਾਡੀ ਦੋਸਤ ਤੇ ਹੋਸਟ ਜੋਤੀ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਸਾਂਝੀਆਂ ਗੱਲਾਂ ਅੱਜ ਇੱਕ ਹੋਰ ਖਾਸ ਮਹਿਮਾਨ ਦੇ ਨਾਲ। ਕਿਸੇ ਨੇ ਜ਼ਿੰਦਗੀ ਦੇ ਵਿੱਚ ਕਿਹਾ ਹੈ ਕਿ ਡਾਊਨਲੋਡ ਹੋਣ ਦੇ ਵਿੱਚ ਜਿਹੜਾ ਉਹ ਬਹੁਤ ਟਾਈਮ ਲੱਗਦਾ ਹੈ। ਕਿਸੇ ਵੀ ਚੀਜ਼ ਨੂੰ ਅਗਰ ਤੁਸੀਂ ਡਾਊਨਲੋਡ ਕਰਨਾ ਹੈ ਤਾਂ ਉਹਨੂੰ ਹੋਣ 'ਚ ਬਹੁਤ ਟਾਈਮ ਲੱਗਦਾ ਹੈ, ਲੇਕਿਨ ਡਿਲੀਟ ਕਰਨ ਦੇ ਵਿੱਚ ਬਹੁਤ ਜਲਦੀ ਕੁਝ ਸੈਕਿੰਡਸ ਹੀ ਲੱਗਦੇ ਹਨ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਜਦੋਂ ਯਾਦਾਂ ਇਕੱਠੀਆਂ ਕਰਦੇ ਹਾਂ, ਯਾਦਾਂ ਇਕੱਠੀਆਂ ਕਰਨ ਦੇ ਵਿੱਚ ਬਹੁਤ ਟਾਈਮ ਲੱਗਦਾ ਹੈ। ਕਿਸੇ ਵੀ ਮੰਜ਼ਿਲ ਨੂੰ ਹਾਸਿਲ ਕਰਨ ਦੇ ਵਿੱਚ ਬਹੁਤ ਟਾਈਮ ਲੱਗਦਾ ਹੈ। ਉਸ ਮੰਜ਼ਿਲ ਨੂੰ ਹਾਸਿਲ ਕਰਨ ਦੇ ਵਿੱਚ ਉਹਦੇ ਵਿੱਚ ਸਟਰਗਲ ਹੁੰਦਾ, ਸਾਡੀ ਫਾਈਨੈਂਸ਼ੀਅਲ ਇਨਵੋਲਵਮੈਂਟ ਹੁੰਦੀ ਹੈ, ਸਾਡੀ ਮਿਹਨਤ ਹੁੰਦੀ ਹੈ। ਲੇਕਿਨ ਜੇ ਅਸੀਂ ਉਸ ਚੀਜ਼ ਨੂੰ ਖਰਾਬ ਕਰਨਾ ਚਾਹੀਏ ਤਾਂ ਅਸੀਂ ਉਹਨੂੰ 10 ਸੈਕਿੰਡ ਵੀ ਨਹੀਂ ਲੱਗਦੇ ਉਹਨੂੰ ਖ਼ਤਮ ਕਰ ਸਕਦੇ ਹਾਂ ਨਾ, ਉਹਨਾਂ ਯਾਦਾਂ ਨੂੰ ਖ਼ਤਮ ਕਰ ਸਕਦੇ ਹਾਂ, ਉਸ ਕੰਮ ਨੂੰ ਅਸੀਂ ਖਰਾਬ ਕਰ ਸਕਦੇ ਹਾਂ। ਸੋ ਇਸ ਕਰਕੇ ਹਮੇਸ਼ਾ ਸਾਡੀ ਜਿਹੜੀ ਸੋਚ ਹੈ ਉਹ ਸਰਜਨ ਔਰ ਵਿਸਰਜਨ ਦੇ ਵਿੱਚ ਹੀ ਲੱਗੀ ਰਹਿੰਦੀ ਹੈ। ਲੇਕਿਨ ਮੈਂ ਚਾਹਾਂਗੀ ਕਿ ਹਮੇਸ਼ਾ ਅਸੀਂ ਇਕੱਠੀਆਂ ਕਰੀਏ ਤਾਂ ਚੰਗੀਆਂ ਯਾਦਾਂ ਇਕੱਠੀਆਂ ਕਰੀਏ। ਜੇ ਕੋਈ ਕੰਮ ਕਰਦੇ ਹਾਂ ਤਾਂ ਉਹਨੂੰ ਪੂਰੀ ਦਿਲੋਂ ਸ਼ਿੱਦਤ ਦੇ ਨਾਲ ਕਰੀਏ ਤਾਂ ਕਿ ਅਸੀਂ ਉਹਦੇ ਵਿੱਚ ਕਾਮਯਾਬੀ ਹਾਸਿਲ ਕਰ ਸਕੀਏ। ਔਰ ਕੀਤੇ ਹੋਏ ਕੰਮ ਨੂੰ ਕਦੀ ਵੀ ਅਸੀਂ ਵਿਗਾੜੀਏ ਨਾ, ਉਹਦੇ ਵਿੱਚ ਹੋਰ ਤਰੱਕੀ ਕਰਨ ਦੀ ਕੋਸ਼ਿਸ਼ ਕਰੀਏ, ਉਸ ਕੰਮ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ। ਰਿਸ਼ਤਿਆਂ ਦੇ ਵਿੱਚ ਵੀ ਅਸੀਂ ਅੱਗੇ ਵਾਧਾ ਕਰਨ ਦੀ ਕੋਸ਼ਿਸ਼ ਕਰੀਏ, ਨਾ ਕਿ ਅਸੀਂ ਜਿਹੜੇ ਸਾਡੇ ਕੋਲ ਆਲਰੇਡੀ ਰਿਸ਼ਤੇ ਹਨ ਉਹਨਾਂ ਦੇ ਵਿੱਚ ਵੀ ਵਿਗਾੜ ਪਾ ਲਈਏ। ਸੋ ਰਿਸ਼ਤਿਆਂ ਨੂੰ ਸਾਂਭ ਕੇ ਰੱਖਣਾ, ਯਾਨੀ ਕਿ ਉਹਨਾਂ ਨੂੰ ਜੇ ਤੁਸੀਂ ਬਣਾਇਆ, ਡਾਊਨਲੋਡ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਉਹਨਾਂ ਨੂੰ ਡਿਲੀਟ ਨਾ ਹੋਣ ਦੇਵੋ, ਉਹਨਾਂ ਨੂੰ ਹਮੇਸ਼ਾ ਸਾਂਭ ਕੇ ਰੱਖੋ। ਸੋ ਖੈਰ, ਇਸੇ ਸੋਚ ਦੇ ਨਾਲ ਅੱਜ ਫਿਰ ਮੈਂ ਹਾਜ਼ਰ ਹਾਂ ਇੱਕ ਖਾਸ ਮਹਿਮਾਨ ਦੇ ਨਾਲ। 7 ਸਮੁੰਦਰੋਂ ਪਾਰ ਸਾਡੇ ਨਾਲ ਜੁੜੇ ਹਨ ਇੱਕ ਬਹੁਤ ਹੀ ਅੱਛੇ ਪੋਇਟ, ਬਹੁਤ ਹੀ ਅੱਛੇ ਜਰਨਲਿਸਟ, ਇੰਟਰਨੈਸ਼ਨਲ ਜਰਨਲਿਸਟ, ਜਿਨ੍ਹਾਂ ਨੇ ਬਹੁਤ ਖੂਬਸੂਰਤ ਗੱਲਾਂ ਲਿਖੀਆਂ ਵੀ ਹਨ, ਕਿਤਾਬਾਂ ਲਿਖੀਆਂ ਹਨ। ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਬਹੁਤ ਸਾਰੇ ਲੋਕਾਂ ਨੇ ਗਾਇਆ ਵੀ ਹੈ, ਬਹੁਤ ਸਾਰੇ ਆਰਟਿਸਟ ਨੇ, ਰਿਲੀਜੀਅਸ ਸਿੰਗਰਸ ਨੇ ਉਹਨਾਂ ਦੇ ਗੀਤਾਂ ਨੂੰ ਗਾਇਆ ਹੈ, ਔਰ ਬਹੁਤ ਹੀ ਵਧੀਆ ਰੂਹਾਨੀ ਗੱਲਾਂ ਵੀ ਉਹ ਲਿਖਦੇ ਹਨ। ਸੋ ਅੱਜ ਸਾਰੀ ਚਰਚਾ ਜਿਹੜੀ ਅਸੀਂ ਉਹਨਾਂ ਦੇ ਨਾਲ ਕਰਾਂਗੇ, ਔਰ ਐਕਚੁਅਲ 'ਚ ਰੂਹ ਕੀ ਹੈ ਇਹ ਉਹਨਾਂ ਨੇ ਆਪਣੀ ਇੱਕ ਕਿਤਾਬ ਦੇ ਜ਼ਰੀਏ ਜ਼ਾਹਿਰ ਕੀਤਾ। ਸੋ ਕਰਦੇ ਹਾਂ ਜ਼ਿਆਦਾ ਗੱਲਬਾਤ ਸਾਡੇ ਅੱਜ ਦੇ ਖਾਸ ਮਹਿਮਾਨ ਗੁਰਪ੍ਰੀਤ ਸੇਖੋਂ ਜੀ ਨਾਲ ਫਰੋਮ ਇੰਡੀਆ। ਗੁਰਪ੍ਰੀਤ ਜੀ, ਵੈਲਕਮ ਟੂ ਦ ਸਟੂਡੀਓ। ਕੀ ਹਾਲ ਚਾਲ? ਜੋਤੀ ਜੀ ਬਹੁਤ ਹੀ ਠੀਕ ਠਾਕ ਹੈ ਸਾਰਾ ਸਿਸਟਮ ਪੂਰੀ ਦੁਨੀਆ ਦਾ, ਤੇ ਜਿਹੜਾ ਆਪਣੀ ਸੋਚ ਤੁਹਾਡੀ ਜਿਹੜੀ ਤੁਸੀਂ ਇਹ ਲਫ਼ਜ਼ਾਂ ਦੇ ਨਾਲ ਪੂਰੀ ਜ਼ਿੰਦਗੀ ਨੂੰ ਪਿਰੋ ਦਿੱਤਾ, ਜਿਹੜੀਆਂ ਤੁਸੀਂ ਹੁਣ ਗੱਲਾਂ ਕੀਤੀਆਂ ਨੇ, ਇਹ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ। ਤੇ ਸਭ ਤੋਂ ਪਹਿਲਾਂ ਮੈਂ ਅੱਜ ਇੱਕ ਗੱਲ ਸੋਚ ਰਿਹਾ ਕਿ ਆਪਣੇ ਹੀ ਚੈਨਲ ਤੇ ਇੰਟਰਵਿਊ ਦੇਣਾ ਮੈਨੂੰ ਬਹੁਤ ਅਜੀਬ ਲੱਗ ਰਿਹਾ ਹੈ, ਕਿਉਂਕਿ ਜਿਹੜੇ ਬੌਬ ਦੋਸਾਂਝ ਨੇ, ਮੈਨੂੰ ਐਂ ਫੀਲ ਹੁੰਦਾ ਤੇ ਲੋਕ ਵੀ ਸ਼ਾਇਦ ਕਹਿੰਦੇ ਨੇ ਕਿ ਅਸੀਂ 2 ਸਰੀਰ ਤੇ 1 ਜਾਨ ਆ। ਕਹਿੰਦਾ ਬੌਬ ਜੀ ਲਈ 2 ਲਫ਼ਜ਼ ਨੇ, ਕਹਿੰਦਾ ਤੇਰੀ ਸੋਚ ਨੂੰ ਸਲਾਮ, ਸਲਾਮ ਤੇਰੇ ਸ਼ਹਿਰ ਨੂੰ, ਤੇਰੀ ਸੋਚ ਨੂੰ ਸਲਾਮ, ਸਲਾਮ ਤੇਰੇ ਸ਼ਹਿਰ ਨੂੰ, ਲਾਹਣਤਾਂ ਮੈਂ ਪਾਉਂਦਾ ਫੈਲਾਉਣ ਜਿਹੜੇ ਜ਼ਹਿਰ ਨੂੰ, ਫੈਲਾਉਣ ਜਿਹੜੇ ਜ਼ਹਿਰ। ਵੈਰੀ ਨਾਈਸ। ਉਹਨਾਂ ਲੋਕ ਜਿਹੜੇ ਜ਼ਹਿਰ ਫੈਲਾਉਂਦੇ ਨੇ ਪੂਰੀ ਦੁਨੀਆ 'ਚ। ਮੇਰੀ ਕੱਲ ਹੀ ਇੱਕ ਆਉਣ ਵਾਲੇ ਗਾਣੇ ਦੀਆਂ ਲਾਈਨਾਂ ਨੇ, ਤੇ ਉਹ ਮੈਂ 2 ਗੱਲਾਂ ਕੀਤੀਆਂ। ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਂਝਾ ਪੰਜਾਬ ਟੀਵੀ ਦਾ ਤੇ ਪੂਰੀ ਟੀਮ ਦਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕਿ ਤੁਸੀਂ ਸਾਡੀ ਲਾਸਟ ਮਿੰਟ ਦੀ ਜਿਹੜੀ ਗੁਜ਼ਾਰਿਸ਼ ਹੈ ਉਹਨੂੰ ਮਨਜ਼ੂਰ ਕੀਤਾ ਤੇ ਤੁਸੀਂ ਓਨੀਅਰ ਹੋ ਕੇ ਅੱਜ ਦਰਸ਼ਕਾਂ ਦੇ ਨਾਲ ਸਾਂਝ ਪਾਓਗੇ ਆਪਣੇ ਵਿਚਾਰਾਂ ਦੀ। ਆਲਵੇਜ਼ ਅਸੀਂ ਤੁਹਾਡੇ ਵਿਚਾਰਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ, ਕਿਉਂਕਿ ਤੁਸੀਂ ਬਹੁਤ ਡੂੰਘੀਆਂ ਗੱਲਾਂ ਲਿਖਦੇ ਹੋ, ਚਾਹੇ ਉਹ ਜ਼ਿੰਦਗੀ ਦੀਆਂ ਗੱਲਾਂ ਹੋਣ, ਚਾਹੇ ਉਹ ਰੂਹ ਦੀਆਂ ਗੱਲਾਂ ਹੋਣ, ਚਾਹੇ ਉਹ ਰਿਸ਼ਤਿਆਂ ਦੀਆਂ ਗੱਲਾਂ ਹੋਣ, ਚਾਹੇ ਉਹ ਸਮਾਜਿਕ ਬੁਰਾਈਆਂ ਦੀਆਂ ਗੱਲਾਂ ਹੋਣ। ਸੋ ਹਮੇਸ਼ਾ ਤੁਸੀਂ ਬੜੀ ਡੂੰਘਾਈ ਦੇ ਵਿੱਚ ਲਿਖਦੇ ਹੋ, ਔਰ ਉਹ ਕਿਤੇ ਨਾ ਕਿਤੇ ਉਹ ਗੱਲਾਂ ਸੱਚੀਆਂ ਜਾਪਦੀਆਂ ਹਨ ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਜਾਂ ਸੁਣਦੇ ਹਾਂ। ਸੋ ਅੱਜ ਕੱਲ੍ਹ ਕੀ ਚੱਲ ਰਿਹਾ? ਕੋਵਿਡ ਦੇ ਦੌਰਾਨ ਸਾਰੀ ਦੁਨੀਆ ਉਥਲ ਪੁਥਲ ਹੋਈ ਹੈ, ਹਰ ਇਨਸਾਨ ਦੀ ਜ਼ਿੰਦਗੀ ਉਥਲ ਪੁਥਲ ਹੋਈ ਹੈ। ਸੋ ਇਸ ਉਥਲ ਪੁਥਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਕਾਇਮ ਰੱਖਿਆ? ਜੋਤੀ ਜੀ, ਸਭ ਤੋਂ ਵੱਡਾ ਜਿਹੜਾ ਮੇਰੇ ਆਪਣੇ ਆਪ ਨੂੰ ਮੈਂ ਸਵਾਲ ਕਰਦਾ ਰਹਿਣਾ ਉਹ ਇਹ ਹੈ ਕਿ ਹੋਰ ਲੋਕ ਵੀ ਸਵਾਲ ਕਰਦੇ ਆ ਤੇ ਮੇਰਾ ਖੁਦ ਨੂੰ ਹੀ ਸਵਾਲ ਹੈ ਕਿ ਜਿਹੜੇ ਮੇਰੇ ਲਫ਼ਜ਼ ਨੇ, ਜਿਹੜੇ ਮੈਂ ਆਪਣੀ ਡਾਇਰੀ ਦੇ ਵਿੱਚ ਆਪਣੀ ਪੈਨ ਦੇ ਨਾਲ, ਆਪਣੀ ਕਲਮ ਦੇ ਨਾਲ ਕਰਦਾ, ਉਹ ਮੈਨੂੰ ਫੀਲ ਨਹੀਂ ਹੁੰਦਾ ਕਿ ਮੇਰੀ ਉਨੀ ਅਕਲ ਹੈ ਕਿ ਮੈਂ ਲਿਖ ਪਾਉਣਾ। ਤੇ ਉਹ ਰੱਬ ਦਾ ਜਿਹੜਾ ਆਸ਼ੀਰਵਾਦ ਹੈ, ਤੇ ਸ਼ਾਇਦ ਜਾਂ ਕੋਈ, ਕਿਉਂਕਿ ਮੈਂ ਕਰਮਾਂ ਤੇ ਬਹੁਤ ਵਿਸ਼ਵਾਸ ਕਰਦਾ, ਰੱਬ ਤੇ ਬਹੁਤ ਵਿਸ਼ਵਾਸ ਕਰਦਾ, ਤੇ ਉਸ ਕਾਰਨ ਮੈਨੂੰ ਫੀਲ ਹੁੰਦਾ ਕਿ ਕੋਈ ਜਿਹੜਾ ਪਿਛਲੇ ਜਨਮਾਂ ਦੇ ਅੱਖਰ ਦਬੇ ਪਏ ਸੀ ਅੰਦਰ ਮੇਰੀ ਰੂਹ ਦੇ ਅੰਦਰ, ਉਹ ਇਸ ਸਮੇਂ ਜਿਹੜੇ ਨੇ ਉਹ ਮੂਹਰੇ ਆ ਰਹੇ ਨੇ, ਤੇ ਉਹ ਮੇਰੀ ਕਿਤਾਬ ਦੇ ਵਿੱਚ ਮੇਰੀ ਕਲਮ ਦੇ ਨਾਲ ਲਿਖੇ ਜਾ ਰਹੇ ਨੇ ਤੇ ਲੋਕਾਂ ਤੱਕ ਪਹੁੰਚ ਰਹੇ ਨੇ। ਤੇ ਇਸ ਸਮੇਂ ਵੀ ਮੈਂ ਹੁਣ ਵੀ, ਇਸ ਟਾਈਮ ਵੀ ਜਿਹੜਾ ਟਾਈਮ ਮਾੜਾ ਚੱਲਿਆ ਸੀਗਾ,
ਤੇ ਉਹਨਾਂ ਚੀਜ਼ਾਂ ਬਾਰੇ, ਰਿਸ਼ਤਿਆਂ ਬਾਰੇ ਕਾਫੀ ਘੋਖ ਕੀਤੀ ਹੈ। ਰੱਬੀ ਕਰਾ ਰਿਹਾ ਤੇ ਬਹੁਤ ਕੁਝ ਲਿਖਿਆ ਹੈ ਇਸ ਟਾਈਮ, ਜਦੋਂ ਇਹਨਾਂ ਟਾਈਮਾਂ ਦੇ ਵਿੱਚ। ਤੇ ਮੈਂ ਇਹ ਕਹਿਣਾ ਕਿ ਕੁਦਰਤ ਨੇ ਇੱਕ ਜਿਹੜਾ ਇਹ ਕਹਿਰ ਵਰਪਾਇਆ ਹੈ, ਹਾਂਜੀ, ਉਹਦੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਮੈਂ ਫੀਲ ਕਰਦਾ ਕਿ ਕੁਝ ਜੇ ਮਾੜੇ ਰਿਜ਼ਲਟ ਨਿਕਲੇ ਨੇ, ਇੰਨੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਤਾਂ ਮੈਨੂੰ ਫੀਲ ਹੁੰਦਾ ਕਿ ਸ਼ਾਇਦ ਕੁਝ ਚੰਗੇ ਰਿਜ਼ਲਟ ਵੀ ਨਿਕਲਣਗੇ। ਇਹ ਜਿਹੜੇ ਸਮਾਜ ਦੇ ਵਿੱਚ ਕੁਰੀਤੀਆਂ ਫੈਲੀਆਂ ਸੀਗੀਆਂ, ਬੇਸ਼ੱਕ ਉਹ ਪੋਲਿਊਸ਼ਨ ਨੂੰ ਵੀ ਮੈਂ ਇੱਕ ਕੁਰੀਤੀ ਗਿਣਦਾ ਕਿ ਇੰਨਾ ਕੁ ਪੋਲਿਊਸ਼ਨ, ਵੌਇਸ ਪੋਲਿਊਸ਼ਨ ਜਿਹੜਾ ਆਪਾਂ ਹਵਾ ਦੇ ਵਿੱਚ ਫੈਲਾਤਾ ਸੀਗਾ, ਜਿਹੜੇ ਆਪਣੇ ਜਿਹੜੇ ਬੋਲ ਨੇ, ਇਹ ਬੋਲ ਜਿਹੜੇ ਨੇ ਸਾਰੀ ਦੁਨੀਆ ਦੇ ਵਿੱਚ ਟਰੈਵਲ ਕਰਦੇ ਨੇ। ਜਿਹੜੀਆਂ ਸਾਡੀ ਨੈਗੇਟਿਵ એનર્ਜੀ ਸੀਗੀ ਉਹ ਪੂਰੀ ਦੁਨੀਆ ਦੇ ਵਿੱਚ ਇੰਨੀ ਕੁ ਫੈਲ ਚੁੱਕੀ ਸੀ ਕਿ ਪਰਮਾਤਮਾ ਨੂੰ ਇਹ ਕਹਿਰ ਵਰਪਾਉਣਾ ਪਿਆ ਤੇ ਲੋਕਾਂ ਨੂੰ ਅਵੇਅਰ ਕਰਨਾ ਪਿਆ। ਹੁਣ ਹੋਰ ਕੋਈ ਗੱਲ ਨਹੀਂ, ਸਾਨੂੰ ਅਵੇਅਰ ਹੋ ਜਾਣਾ ਚਾਹੀਦਾ ਕਿ ਰੱਬ ਨਾਮ ਦੀ ਕੋਈ ਚੀਜ਼ ਹੈ, ਕੁਦਰਤ ਨਾਮ ਦੀ ਕੋਈ ਚੀਜ਼ ਹੈ ਤੇ ਕੁਦਰਤ ਦੇ ਕਹਿਰ ਤੋਂ ਸਾਨੂੰ ਬਚਣਾ ਚਾਹੀਦਾ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਪੋਲਿਊਸ਼ਨ ਜਿਹੜਾ ਉਹ ਸਿਰਫ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਵਾ ਦੇ ਵਿੱਚ ਪੋਲਿਊਸ਼ਨ ਹੈ, ਮਿੱਟੀ ਹੈ ਔਰ ਧੂਲ ਹੈ। ਪੋਲਿਊਸ਼ਨ ਜਿਹੜਾ ਸਾਡੀਆਂ ਗੱਲਾਂ ਦਾ ਵੀ ਹੁੰਦਾ, ਸਾਡੀਆਂ ਵਾਈਬਸ ਦਾ ਵੀ ਹੁੰਦਾ, ਸਾਡੀ ਸੋਚ ਦਾ ਵੀ ਹੁੰਦਾ। ਸਭ ਤੋਂ ਵੱਡਾ ਪੋਲਿਊਸ਼ਨ ਜੋਤੀ, ਸਭ ਤੋਂ ਵੱਡਾ ਪੋਲਿਊਸ਼ਨ ਨੈਗੇਟਿਵ એનર્ਜੀ ਦਾ ਪੂਰੀ ਦੁਨੀਆ ਤੇ। ਬਿਲਕੁਲ, ਔਰ ਉਹ ਨੈਗੇਟਿਵ એનર્ਜੀ ਦੇਖੋ ਹੁਣ ਕਿਸ ਤਰ੍ਹਾਂ ਨਿਕਲ ਕੇ ਬਾਹਰ ਆਈ ਹੈ ਔਰ ਕੁਦਰਤ ਨੇ ਕਿਤੇ ਨਾ ਕਿਤੇ ਸਾਨੂੰ ਝਕਝੋੜਿਆ, ਸਾਨੂੰ ਦੱਸਿਆ ਇਹ ਚੀਜ਼ ਕਿ ਜੋ ਅਸੀਂ ਕਰ ਰਹੇ ਹਾਂ, ਜੋ ਅਸੀਂ ਸੋਚ ਰਹੇ ਹਾਂ, ਜੋ ਅਸੀਂ ਬੋਲ ਰਹੇ ਹਾਂ, ਜੋ ਅਸੀਂ ਇੱਕ ਦੂਜੇ ਦੇ ਨਾਲ ਵਰਤਾਵ ਕਰ ਰਹੇ ਹਾਂ, ਉਹ ਕਿਤੇ ਨਾ ਕਿਤੇ ਮਾੜਾ ਸਾਡੇ ਸਾਰਿਆਂ ਲਈ ਜੀ। ਕਿਉਂਕਿ ਰਿਸ਼ਤੇ ਤਾਰ-ਤਾਰ ਹੁੰਦੇ ਇਸ ਸਮੇਂ ਦੇ ਵਿੱਚ ਮੈਂ ਦੇਖੇ ਨੇ, ਬੇਸ਼ੱਕ ਮੇਰੀ ਫੈਮਿਲੀ ਹੋਵੇ, ਬੇਸ਼ੱਕ ਤੁਹਾਡੀ ਹੋਵੇ, ਬੇਸ਼ੱਕ ਦੁਨੀਆ ਦੀ ਕੋਈ ਵੀ ਫੈਮਿਲੀ ਹੋਵੇ। ਅਸੀਂ ਸੋਸ਼ਲ ਮੀਡੀਆ ਦੇ ਥਰੂ ਵੀ ਰਿਸ਼ਤੇ ਤਾਰ-ਤਾਰ ਹੁੰਦੇ ਦੇਖੇ ਨੇ, ਸਾਡੇ ਘਰਾਂ ਦੇ ਰਿਸ਼ਤੇ ਵੀ ਤਾਰ-ਤਾਰ ਹੁੰਦੇ ਦੇਖੇ ਨੇ ਅਸੀਂ। ਤੇ ਉਹ ਜਿਹੜਾ ਟਾਈਮ ਹੈ ਉਹ ਬਹੁਤ ਮਾੜਾ ਹੈ। ਮੇਰਾ ਇੱਕ ਸ਼ੇਅਰ ਹੈ ਬਹੁਤ ਹੀ ਸੋਹਣਾ, ਸ਼ਾਇਦ ਉਹਨੂੰ मतलब सही है इस समय ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ। कहना मैंने पूछा अपनी रूह से, मैंने पूछा अपनी रूह से आजकल तू मुझसे खफा क्यों रहती है। तो मेरी रूह बोली पहले ये बता ये युग कौन सा चल रहा है। तो मैं बोला कलयुग। तो मेरी रूह बोली कलयुग में तू खुद से खफा रहता है तो मैं तुझसे खफा क्यों ना रहूं। वाह क्या बात है। बिल्कुल ਜਦੋਂ ਇੰਨੀ ਬੁਰੀ ਤਰ੍ਹਾਂ ਅਸੀਂ ਆਪਣੇ ਆਪ ਨੂੰ ਇਸ ਜਿਹੜੀ ਜਾਲ ਦੇ ਵਿੱਚ ਫਸਾ ਲਿਆ ਹੈ, ਅਸੀਂ ਆਪਣੇ ਆਪ ਹੀ ਸੈਟੀਸਫਾਈ ਨਹੀਂ ਆ ਲਾਈਫ ਤੋਂ, ਪੀਸਫੁਲ ਲਾਈਫ ਨਹੀਂ ਅਸੀਂ ਜੀ ਰਹੇ, ਤਾਂ ਅਸੀਂ ਹੋਰ ਕਿਸੇ ਨੂੰ ਕੀ ਸਮਝਾਵਾਂਗੇ ਤੇ ਰਿਸ਼ਤਿਆਂ ਦੀ ਗੱਲ ਕੀ ਕਰਾਂਗੇ। ਸਭ ਕੁਝ ਖਤਮ ਹੋ ਰਿਹਾ ਹੈ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਅਸੀਂ ਦੂਸਰੇ ਨੂੰ ਕਿੱਦਾਂ ਕਨਵਿੰਸ ਕਰ ਸਕਦੇ ਹਾਂ ਜੇ ਅਸੀਂ ਆਪੇ ਹੀ ਆਪਣੇ ਨਾਲ ਕਨਵਿੰਸ ਨਹੀਂ ਹਾਂ। ਔਰ ਜੇ ਗੱਲ ਅਸੀਂ ਕਰਦੇ ਹਾਂ ਰਿਸ਼ਤਿਆਂ ਦੀ, ਤੇ ਰਿਸ਼ਤੇ ਜਿਹੜੇ ਅੱਜ ਕੱਲ੍ਹ ਦੇ ਜਿਵੇਂ ਮੈਂ ਸੋਚਦੀ ਹਾਂ ਕਿ ਜ਼ਿਆਦਾ ਹੀ ਮੈਟੀਰੀਅਲਿਸਟਿਕ ਹੋ ਗਏ ਹਨ। ਉਹ ਰਿਸ਼ਤਿਆਂ ਵਿੱਚ ਉਹ ਫੀਲਿੰਗ, ਉਹ ਪਿਆਰ, ਉਹ ਅਟੈਚਮੈਂਟ ਉਹ ਪਹਿਲੇ ਵਰਗੀ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਤੁਹਾਨੇ ਬਹੁਤ ਵੱਡੀ ਗੱਲ ਕੀਤੀ ਹੈ, ਲੇਕਿਨ ਜਿਸ ਤਰ੍ਹਾਂ ਤੁਸੀਂ ਕਿਹਾ ਜ਼ਿਆਦਾ ਮਟੀਰੀਅਲਿਸਟਿਕ ਹੋ ਗਏ ਨੇ, ਬਹੁਤ ਛੋਟੇ ਲਫ਼ਜ਼ ਨੇ ਇਸ ਗੱਲ ਨੂੰ ਕਹਿਣ ਲਈ। ਜਿਹੜਾ ਇਹ ਲਫ਼ਜ਼ ਹੈ ਇਹ ਲਫ਼ਜ਼ ਹੈ ਇਸ ਟਾਈਮ ਕਿ ਰਿਸ਼ਤੇ ਸਿਰਫ ਮਟੀਰੀਅਲਿਸਟਿਕ ਹੀ ਹੋ ਗਏ ਹਨ। ਕਿਉਂਕਿ ਮੇਰੀ ਫੈਮਿਲੀ ਦੇ ਵਿੱਚੋਂ ਖੁਦ ਕੋਈ ਫੈਮਿਲੀ ਮੈਂਬਰ ਬਿਲੀਅਨੀਅਰ ਬਣ ਚੁੱਕਿਆ ਤੇ ਉਹ ਮੈਨੂੰ ਕਹਿੰਦਾ ਤੇਰੇ ਸੰਸਕਾਰ ਤੇ ਵੀ ਨਹੀਂ ਮੈਂ ਆਉਣਾ। ਮੈਂ ਕਿਹਾ ਸੰਸਕਾਰ ਇਸ ਧਰਤੀ ਤੇ ਸੰਸਕਾਰ ਹਰ ਇਨਸਾਨ ਦਾ ਹੋ ਜਾਂਦਾ ਹੈ। ਬੇਸ਼ੱਕ ਉਹਨੂੰ 4 ਬੰਦੇ ਚੁੱਕਣ ਵਾਲੇ ਨਾ ਮਿਲਣ, 2 ਬੰਦੇ ਚੁੱਕ ਕੇ ਲੈ ਜਾਣ। ਬਿਲਕੁਲ ਐਸੇ ਸੰਸਕਾਰ ਵੀ ਹੁੰਦੇ ਦੇਖੇ ਨੇ ਜਿੱਥੇ 2 ਬੰਦੇ ਚੱਕ ਕੇ ਅਰਥੀ ਨੂੰ ਲੈ ਕੇ ਆ ਰਹੇ ਨੇ ਤੇ ਉਸ ਬੰਦੇ ਦਾ ਸੰਸਕਾਰ ਹੋਇਆ। ਤੇ ਅਸੀਂ ਇੱਕੋ ਹੀ ਕੋਖ ਚੋਂ ਜੰਮੇ ਹੁੰਨੇ ਆ, ਇੱਕੋ ਹੀ ਕੁੱਖ ਚੋਂ ਜੰਮੇ ਹੁੰਨੇ ਆ। ਅਹੀਆਂ ਜਿਹੀਆਂ ਗੱਲਾਂ ਹੋਣ ਲੱਗ ਜਾਂਦੀਆਂ, ਉਹਦੇ ਵਿੱਚ ਜਿਹੜਾ ਇੰਬੈਲੈਂਸ ਹੁੰਦਾ ਸਿਰਫ ਫਾਈਨੈਂਸ਼ੀਅਲ ਇੰਬੈਲੈਂਸ ਹੁੰਦਾ ਕਿ ਅਸੀਂ ਬਰਾਬਰ ਨਹੀਂ ਖੜੇ ਹੁੰਦੇ ਉਸ ਇਨਸਾਨ ਦੇ। ਹੋਰ ਕੁਝ ਵੀ ਨਹੀਂ ਹੈ ਇਸ ਧਰਤੀ ਤੇ। ਸਾਨੂੰ ਪੈਸੇ ਨੂੰ ਇੰਨੀ ਜਿਹੜੀ ਵੈਲਿਊ ਹੈ ਨਹੀਂ ਦੇਣੀ ਚਾਹੀਦੀ। ਬਿਲਕੁਲ, ਔਰ ਕਿਉਂਕਿ ਪੈਸੇ ਨੂੰ ਅਸੀਂ ਵੈਲਿਊ ਦੇ ਰਹੇ ਹਾਂ ਇਸ ਲਈ ਅਸੀਂ ਦੂਸਰੇ ਦੇ ਅਹਿਸਾਸਾਂ ਨੂੰ, ਦੂਸਰੇ ਦੇ ਦੁੱਖ ਦਰਦ ਨੂੰ, ਦੂਸਰੇ ਦੀਆਂ ਫੀਲਿੰਗਸ ਨੂੰ ਅਸੀਂ ਸਮਝ ਨਹੀਂ ਪਾ ਰਹੇ। ਔਰ ਸਪੈਸ਼ਲੀ ਜਦੋਂ ਘਰ ਦੇ ਵਿੱਚ ਕੋਈ ਇੱਕ ਇਨਸਾਨ ਜਿਹੜਾ ਤਰੱਕੀ ਕਰਨਾ ਚਾਹੁੰਦਾ ਹੈ, ਆਪਣੇ ਰਸਤੇ 'ਤੇ ਚੱਲਣਾ ਚਾਹੁੰਦਾ ਹੈ, ਆਪਣੇ ਡ੍ਰੀਮਸ ਨੂੰ ਪੂਰਾ ਕਰਨਾ ਚਾਹੁੰਦਾ ਹੈ, ਜਦੋਂ ਉਹਨੂੰ ਤੁਸੀਂ ਡਿਸਕਰੇਜ ਕਰਨ ਦੀ ਕੋਸ਼ਿਸ਼ ਕਰਦੇ ਹੋ ਬਜਾਏ ਕਿ ਉਹਦਾ ਪੋਜ਼ੀਟਿਵ ਦੇਖਣ ਦੀ, ਤੁਸੀਂ ਉਹਨੂੰ ਨੈਗੇਟਿਵ ਗੱਲਾਂ ਕਹਿ ਕੇ ਹੋਰ ਜ਼ਿਆਦਾ ਡਿਸਕਰੇਜ ਕਰਦੇ ਹੋ, ਤਾਂ ਇੱਕ ਇਨਸਾਨ ਜਿਹੜਾ ਉਹ ਟੁੱਟ ਜਾਂਦਾ। ਉਹਨੂੰ ਲੱਗਦਾ ਕਿ ਜੇ ਮੇਰੇ ਆਪਣੇ ਹੀ ਮੇਰੇ ਨਾਲ ਨਹੀਂ, ਜੇ ਆਪਣੇ ਹੀ ਮੇਰੀਆਂ ਚੀਜ਼ਾਂ ਤੋਂ, ਮੇਰੀਆਂ ਗੱਲਾਂ ਤੋਂ, ਮੇਰੇ ਸੁਪਨਿਆਂ ਤੋਂ ਸਹਿਮਤ ਨਹੀਂ, ਤਾਂ ਮੈਂ ਦੁਨੀਆ ਨੂੰ ਕਿੰਨਾ ਕੁ ਕਨਵਿੰਸ ਕਰ ਲਾਂਗਾ, ਹੈ ਨਾ। ਜੋਤੀ ਤੁਸੀਂ ਇੱਕ ਬਹੁਤ ਹੀ ਮਾਇਨਾਜ਼ ਆਰਟਿਸਟ ਹੋ ਤੇ ਤੁਸੀਂ ਲਿਖਦੇ ਵੀ ਹੋ। ਤੁਸੀਂ ਤੁਹਾਡਾ ਜਿਹੜਾ ਹੁਣ ਇੱਕ ਸੂਫੀ ਗਾਣਾ ਆਇਆ ਬਹੁਤ ਦੁਨੀਆ ਨੇ ਪਸੰਦ ਕੀਤਾ ਹੈ। ਥੈਂਕ ਯੂ। ਤੁਸੀਂ ਇੱਕ ਗੱਲ ਮੈਨੂੰ ਸੱਚ ਬੋਲਣਾ ਕਿ ਉਸ ਗਾਣੇ ਨੂੰ ਤੁਹਾਡੀ ਫੈਮਿਲੀ ਦੇ ਕਿੰਨੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਹੈ?
ਮੈਂ ਸਭ ਫ੍ਰੈਂਕਲੀ ਤੋਂ ਵੱਡੀ ਗੱਲ ਜਿਹੜੀ ਸੋਚਣ ਵਾਲੀ ਹੈ, ਸਭ ਤੋਂ ਵੱਡੀ ਗੱਲ ਸੋਚ ਨੂੰ, ਜਿਹੜੀ ਸਾਡੀ ਸੋਚ ਦੇ ਵਿੱਚ ਆਣੀ ਚਾਹੀਦੀ ਹੈ। ਤੇ ਸਾਨੂੰ ਇੱਕ, ਜਿਵੇਂ ਆਪਾਂ ਕਹਿੰਦੇ ਹਾਂ, ਤਿੱਖੀ ਛੁਰੀ ਹੈ ਜਿਹੜੀ ਆਪਣੇ ਦਿਮਾਗ ਦੇ ਵਿੱਚ ਗੱਡੀ ਜਾਂਦੀ ਹੈ, ਸਾਡੇ ਦਿਲ ਤੇ ਗੱਡੀ ਜਾਂਦੀ ਹੈ, ਉਹ ਇਹੀ ਹੈ ਕਿ ਸਾਡੇ ਆਪਣੇ ਸਾਨੂੰ ਕਿੰਨਾ ਐਪਰੀਸ਼ੀਏਟ ਕਰਦੇ ਆ ਹਾਂਜੀ ਅੱਗੇ ਵਧਣ ਲਈ। ਹਾਂਜੀ ਬਿਲਕੁਲ। ਔਰ ਗੁਰਪ੍ਰੀਤ ਜੀ, ਮੈਨੂੰ ਇੱਕ ਗੱਲ ਬੜੀ ਅਜੀਬ ਲੱਗਦੀ ਹੈ ਸਾਡੀ ਸੋਸਾਇਟੀ ਦੇ ਵਿੱਚ ਸਾਰੇ ਲੋਕੀ ਆ ਜਾਂਦੇ, ਕਿਸੇ ਇੱਕ ਬੰਦੇ ਨੂੰ ਮੈਂ ਨਹੀਂ ਕਹਿ ਰਹੀ, ਬਹੁਤ ਸਾਰੇ ਲੋਕੀ ਹੈ। ਔਰ ਬਾਕੀ ਮੈਂ ਕਹਿੰਦੀ ਹਾਂ ਹਮੇਸ਼ਾ ਕਿ ਹਰ ਕਿਸੇ ਦੀ ਇੱਕ ਆਪਣੀ ਥਿੰਕਿੰਗ ਹੁੰਦੀ ਹੈ, ਆਪਣੀ ਸੋਚ ਹੁੰਦੀ ਹੈ, ਆਪਣਾ ਨਜ਼ਰੀਆ ਹੁੰਦਾ ਹਰ ਚੀਜ਼ ਨੂੰ ਲੈ ਕੇ, ਚਾਹੇ ਉਹ ਰਿਸ਼ਤੇ ਹੋਣ, ਚਾਹੇ ਉਹ ਸਾਡੇ ਗਾਇਕ ਹੋਣ, ਚਾਹੇ ਆਰਟਿਸਟ ਹੋਣ, ਫਿਲਮਾਂ ਹੋਣ, ਗੀਤ ਹੋਣ, ਸੁਸਾਇਟੀ ਹੋਵੇ। ਅਕਸਰ ਲੋਕਾਂ ਨੂੰ ਮੈਂ ਕਹਿੰਦੇ ਸੁਣਿਆ ਕਿ ਜਿਹੜਾ ਆਰਟਿਸਟਾਂ ਦਾ ਕੰਮ ਹੈ, ਜਾਂ ਜਿਹੜਾ ਐਕਟਰਾਂ ਦਾ ਕੰਮ ਹੈ, ਜਾਂ ਜਿਹੜਾ ਆਪਣਾ ਐਂਟਰਟੇਨਮੈਂਟ ਇੰਡਸਟਰੀ ਦਾ ਕੰਮ ਹੈ, ਇਹ ਤਾਂ ਹੈਲੋ, ਆਵਾਜ਼ ਆ ਰਹੀ ਤੁਹਾਨੂੰ? ਹੈਲੋ ਗੁਰਪ੍ਰੀਤ ਜੀ, ਹਾਂਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਆਵਾਜ਼ ਆ ਰਹੀ ਤੁਹਾਨੂੰ? ਹੈਲੋ ਹੈਲੋ, ਹਾਂਜੀ ਆਵਾਜ਼ ਆ ਰਹੀ ਹੈ? ਹਾਂਜੀ, ਤੁਹਾਡੀ ਆਵਾਜ਼ ਕੱਟ ਗਈ ਸੀ। ਹਾਂਜੀ ਹਾਂਜੀ ਹੁਣ ਠੀਕ ਹੈ ਜੀ, ਹਾਂ ਹੁਣ ਠੀਕ ਹੈ। ਹਾਂਜੀ, ਮੈਂ ਕਿਹਾ ਅਕਸਰ ਮੈਂ ਇਹ, ਅਸੀਂ ਦੇਖੋ ਗੀਤਾਂ ਨੂੰ, ਫਿਲਮਾਂ ਨੂੰ ਅਸੀਂ ਸਾਰੇ ਇੰਜੋਏ ਕਰਦੇ ਹਾਂ, ਬੜੇ ਵਧੀਆ ਤਰੀਕੇ ਨਾਲ ਵੇਖਦੇ ਹਾਂ। ਸਾਡੇ ਘਰ ਪਾਰਟੀ ਹੁੰਦੀ ਹੈ, ਫੰਕਸ਼ਨ ਹੁੰਦਾ, ਤੇ ਅਸੀਂ ਗੀਤ ਲਗਾ ਕੇ ਨੱਚਦੇ ਵੀ ਹਾਂ ਡੀਜੇ ਦੇ ਉੱਪਰ, ਦਿਲ ਖੋਲ ਕੇ, ਹੈ ਨਾ। ਲੇਕਿਨ ਜਦੋਂ ਗੱਲ ਆ ਜਾਂਦੀ ਹੈ ਕਿ ਸਾਡੇ ਘਰ ਦਾ ਕੋਈ ਮੈਂਬਰ ਉਸ ਲਾਈਨ 'ਤੇ ਜਾ ਰਿਹਾ, ਜਾਂ ਕੁਝ ਬਣਨ ਜਾ ਰਿਹਾ, ਐਕਟਰ ਆਰਟਿਸਟ ਬਣਨ ਜਾ ਰਿਹਾ, ਜਾਂ ਗੀਤ ਬਣਨ ਜਾ ਰਿਹਾ, ਤਾਂ ਉਹਨੂੰ ਕਿਹਾ ਜਾਂਦਾ ਕਿ ਵੈਸੇ ਤਾਂ ਅਸੀਂ ਇਹ ਲਾਈਨ ਪਸੰਦ ਨਹੀਂ ਕਰਦੇ, ਹਾਂ ਤੂੰ ਪਸੰਦ ਕਰ ਰਹੀ ਹੈ ਤਾਂ ਠੀਕ ਹੈ, ਬਟ ਇਹ ਲਾਈਨ ਨਾ ਚੰਗੀ ਨਹੀਂ ਹੈਗੀ, ਇਹ ਲਾਈਨ ਤਾਂ ਮੈਂ ਉਹ ਵਰਡ ਯੂਜ਼ ਨਹੀਂ ਕਰ ਸਕਦੀ ਜਿਹੜਾ ਉਹ ਲੋਕੀ ਕਹਿੰਦੇ ਆ ਕਿ ਇਹ ਲਾਈਨ ਤਾਂ ਉਹਨਾਂ ਲੋਕਾਂ ਦੀ ਹੈ ਨਾ। ਅਜਿਹੇ ਲੋਕਾਂ ਕੋਲੋਂ ਇਹ ਸਵਾਲ ਕਿਉਂ ਨਾ ਪੁੱਛਿਆ ਜਾਵੇ ਕਿ ਜੇ ਤੁਸੀਂ ਇਹ ਲਾਈਨ ਨੂੰ ਇੰਨਾ ਗੰਦਾ ਸਮਝਦੇ ਹੋ, ਦੈਨ ਤੁਸੀਂ ਫਿਲਮਾਂ ਕਿਉਂ ਇੰਜੋਏ ਕਰਦੇ ਹੋ, ਤੁਸੀਂ ਫਿਲਮਾਂ ਕਿਉਂ ਵੇਖਦੇ ਹੋ, ਤੁਸੀਂ ਗੀਤਾਂ 'ਤੇ ਕਿਉਂ ਨੱਚਦੇ ਹੋ, ਤੁਸੀਂ ਗੀਤਾਂ ਨੂੰ ਕਿਉਂ ਸੁਣਦੇ ਹੋ? ਇਹ ਮੇਰਾ ਸਵਾਲ ਹੈ ਉਹਨਾਂ ਲੋਕਾਂ ਲਈ। ਇਹ ਬਹੁਤ ਹੀ ਸੋਹਣੀ ਗੱਲ ਕੀਤੀ ਹੈ ਤੁਸੀਂ। ਅੱਜ ਹੀ ਇੱਕ ਕੋਈ ਸਿੰਗਰ ਸੀਗੇ ਬਠਿੰਡਾ ਦੇ ਵਿੱਚ, ਕਿਸਾਨ ਰੈਲੀ ਹੋ ਰਹੀ ਸੀਗੀ, ਤੇ ਉੱਥੇ ਪਹੁੰਚੇ ਹੋਏ ਸੀਗੇ, ਪੁਰਾਣੇ ਸਿੰਗਰ ਸੀ, ਕੋਈ ਸਿੱਧੂ ਹੈ ਉਹਨਾਂ ਦਾ ਜਿਹੜਾ ਨੇਮ ਹੈ, ਗੁਰਵਿੰਦਰ ਬਰਾੜ ਵੀ ਸੀਗੇ ਉੱਥੇ, ਆਪਣੇ ਲੱਖਾ ਸਿਧਾਣਾ ਵੀ ਸੀਗੇ, ਜਗਦੀਪ ਰੰਧਾਵਾ ਜਿਹੜੇ ਟਿਕਟੌਕ ਸਟਾਰ ਨੇ ਉਹ ਵੀ ਸੀ। ਉਹਨਾਂ ਦੀ ਗੱਲ ਮੈਨੂੰ ਇੰਨੀ ਕਿ ਮੇਰੇ ਦਿਲ ਨੂੰ ਟੁੰਬ ਗਈ, ਬਹੁਤ ਵੱਡੀ ਗੱਲ ਕੀਤੀ ਉਹਨਾਂ ਨੇ। ਕਹਿੰਦੇ ਇੱਕ ਵਾਰ ਮੈਂ ਤੇ ਜਿਹੜੀ ਫੀਮੇਲ ਆਰਟਿਸਟ ਸੀ, ਕਿਤੇ ਕਿਸੇ ਪਿੰਡ ਦੇ ਵਿੱਚ, ਉਹ ਲਫ਼ਜ਼ ਮੈਂ ਯੂਜ਼ ਕਰਾਂਗਾ, ਤੇ ਵੀ ਅਸੀਂ ਪਿੰਡ ਦੇ ਵਿੱਚ ਇੱਕ ਸ਼ੋਅ ਕਰਨ ਗਏ, ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਘਰਾਂ 'ਚ, ਇਹਨਾਂ ਦੇ ਘਰ ਤੁਸੀਂ ਬੈਠ ਜਾਓ। ਉਹ ਬਜ਼ੁਰਗ ਦੀ ਆਵਾਜ਼ ਕਹਿੰਦੇ ਮੈਨੂੰ ਸੁਣੀ, ਤੇ ਉਹ ਕਹਿ ਰਿਹਾ ਸੀ ਇਹਨਾਂ ਕੰਜਰਾਂ ਨੂੰ ਸਾਡੇ ਘਰੇ ਕਿਉਂ ਬਿਠਾਤਾ, ਤੇ ਉਹੀ ਬਜ਼ੁਰਗ ਸਭ ਤੋਂ ਮੂਹਰੇ ਬੈਠਾ ਉਹ ਸ਼ੋਅ ਦੇਖ ਰਿਹਾ ਸੀਗਾ। ਸਾਡੇ ਦੋ ਚਿਹਰੇ ਨੇ, ਸਭ ਤੋਂ ਖਤਰਨਾਕ ਗੱਲ ਹੈ, ਵੀ ਹੈਵ ਟੂ ਫੇਸਿਸ। ਹਾਂਜੀ ਸਾਡੇ ਲਈ ਸਭ ਤੋਂ ਖਤਰਨਾਕ ਗੱਲ ਬਸ ਬਿਲਕੁਲ ਬਿਲਕੁਲ। ਮਤਲਬ ਇਹੀ ਦੁੱਖ ਆਉਂਦਾ ਹੈ ਕਿ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਬਹੁਤ ਆਰਟਸ ਦੀ ਕਦਰ ਕਰਦੇ ਹਾਂ, ਅਸੀਂ ਆਰਟਿਸਟਾਂ ਦੀ ਕਦਰ ਕਰਦੇ ਹਾਂ, ਜਦੋਂ ਕਿਤੇ ਆਰਟਿਸਟ ਆਉਂਦੇ ਆ ਤੁਸੀਂ ਅੱਗੇ ਵੱਧ ਕੇ ਤੁਸੀਂ ਉਹਨਾਂ ਨਾਲ ਗਲੇ ਮਿਲਦੇ ਹੋ, ਮਿਲਣ ਦੀ ਕੋਸ਼ਿਸ਼ ਵੀ ਕਰਦੇ ਹੋ, ਤੁਸੀਂ ਹੈ ਨਾ, ਫੋਟੋਆਂ ਖਿਚਵਾਉਂਦੇ ਹੋ, ਸੈਲਫੀਆਂ ਲੈਂਦੇ ਹੋ, ਲੇਕਿਨ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕੰਜਰਾਂ ਦੀ ਲਾਈਨ ਆ, ਅਸੀਂ ਇਹਨਾਂ ਦੇ ਵਿੱਚ ਨਹੀਂ ਜਾਣਾ। ਲੇਕਿਨ ਮੈਨੂੰ ਇਹ ਚੀਜ਼ ਬਹੁਤ ਗਲਤ ਲੱਗਦੀ ਹੈ, ਜਿਹੜੀ ਕਿ ਚੀਜ਼ ਸੁਧਰਨੀ ਚਾਹੀਦੀ ਹੈ ਸਾਡੀ ਕਮਿਊਨਿਟੀ ਦੇ ਵਿੱਚ। ਜੋਤੀ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਕਲਯੁਗ ਦੀ ਗੱਲ ਕੀਤੀ ਸੀ, ਕਲਯੁਗ ਦੇ ਵਿੱਚ ਜ਼ਿਆਦਾ ਜਿਹੜੀ ਕਮਿਊਨਿਟੀ ਹੈ ਪੂਰੇ ਵਰਲਡ ਦੀ, ਉਹਦੇ ਵਿੱਚ ਦੋ ਚਿਹਰੇ ਹੋ ਗਏ ਨੇ, ਟੂ ਫੇਸਿਸ ਆਫ ਐਵਰੀਵਨ। ਹਾਂਜੀ, ਉਹ ਸਭ ਤੋਂ ਖਤਰਨਾਕ ਚੀਜ਼ ਹੈ ਆਪਣੇ ਲਈ। ਅਸੀਂ ਦਿਖਾਉਣ ਲਈ ਕੁਛ ਹੋਰ ਆ, ਤੇ ਦਿਖਦੇ ਕੁਛ ਹੋਰ ਆ, ਤੇ ਹੈਗੇ ਕੁਛ ਹੋਰ ਆ। ਹਾਂਜੀ, ਤੇ ਉਹ ਬੜੀ ਖਤਰਨਾਕ, ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਲਈ ਹੈ, ਬਹੁਤ ਹੀ ਖਤਰਨਾਕ, ਡੇਂਜਰਸ ਥਿੰਗ ਹੈ। ਬਿਲਕੁਲ ਬਿਲਕੁਲ। ਤੇ ਜੇ ਗੱਲ ਕੀਤੀ ਜਾਵੇ ਰੂਹ ਦੇ ਬਾਰੇ, ਹੁਣ ਥੋੜ੍ਹੀ ਜਿਹੀ ਮੈਂ ਇਸ ਪਾਸੇ ਵੀ ਆਵਾਂਗੀ, ਜਿਹੜੀਆਂ ਤੁਸੀਂ ਚੀਜ਼ਾਂ ਲਿਖੀਆਂ, ਕਿਤਾਬਾਂ ਲਿਖੀਆਂ, ਰੂਹ ਦੀ ਗੱਲ ਕਰਾਂ ਤਾਂ ਰੂਹ ਜਿਹੜੀ ਹੈ ਉਹ ਵਰਲਡ ਵਾਈਡ ਬਹੁਤ ਪਸੰਦ ਕੀਤੀ ਗਈ ਸਾਰਿਆਂ ਵੱਲੋਂ। ਸੋ ਮੈਂ ਚਾਹਾਂਗੀ ਇੱਕ ਵਾਰੀ ਫਿਰ ਉਹਨਾਂ ਰੂਹ ਦੀਆਂ ਯਾਦਾਂ ਨੂੰ ਜਿਹੜਾ ਰਿਫਰੈਸ਼ ਕੀਤਾ ਜਾਵੇ ਸਾਡੇ ਦਰਸ਼ਕਾਂ ਦੇ ਨਾਲ, ਕਿ ਰੂਹ ਲਿਖਣ ਦਾ ਸਬਬ ਕਿੱਦਾਂ ਬਣਿਆ ਸੀ। ਜੋਤੀ ਜੀ, ਮਤਲਬ ਬਹੁਤ ਹੀ ਜਿਹੜੀ ਮੇਰੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਂ ਸਿਰਫ ਰੂਹ ਦੀ ਹੀ ਗੱਲ ਕਰਾਂ। ਅੱਜ ਪਹਿਲੀ ਇੰਟਰਵਿਊ ਹੈ ਜਿਸ ਦੇ ਵਿੱਚ ਆਪਾਂ ਨੇ ਦੁਨਿਆਵੀ ਗੱਲਾਂ ਵੀ ਕੀਤੀਆਂ ਤੇ ਕਰ ਰਹੇ ਹਾਂ। ਹਾਂਜੀ, ਤੇ ਬਾਕੀ ਜਿਹੜੇ ਮੈਂ ਰਿਕੁਐਸਟ ਕਰਦਾ ਟੀਵੀ ਚੈਨਲਸ ਨੂੰ ਵੀ ਹਰ ਵਾਰ ਕਿ ਪਲੀਜ਼ ਰੂਹ ਦੀ ਗੱਲ ਕਰੋ, ਹਨਾ, ਸਿਰਫ। ਤੇ ਚੰਗੀ ਗੱਲ ਹੈ ਕਿ ਆਪਾਂ ਨੂੰ ਹੋਰ ਚੀਜ਼ਾਂ ਲਈ ਵੀ ਜਿਹੜੀ ਸਾਡੀ ਸੁਸਾਇਟੀ ਹੈ ਉਹਦੇ ਲਈ ਅਵੇਅਰ ਕਰਨਾ ਚਾਹੀਦਾ। ਤੇ ਰੂਹ ਦਾ ਸਬਬ ਬਹੁਤ ਹੀ ਮਤਲਬ ਹਾਸੋਹੀਣੀ ਜੀ ਗੱਲ ਕਹਿ ਸਕਦੇ ਹਾਂ ਆਪਾਂ। ਕੈਨੇਡਾ ਦੇ ਵਿੱਚ ਹੀ ਮੈਂ ਟੋਰਾਂਟੋ ਹੀ ਬੈਠਾ ਸੀਗਾ, ਮੈਨੇ ਆਪਣੀ ਡਾਇਰੀ ਦੇ ਵਿੱਚ ਆਪਣੇ ਘਰ ਹੀ ਬੈਠਾ ਸੀਗਾ, ਤੇ ਇੱਕ ਲਫ਼ਜ਼ ਲਿਖਿਆ ਰੂਹ। ਹਾਂਜੀ, ਤੇ ਇੱਕ ਲਫ਼ਜ਼ ਲਿਖਿਆ ਰੂਹ, ਉਹ ਲਫ਼ਜ਼, ਉਹ ਡਾਇਰੀ ਅਚਾਨਕ ਹੀ ਜਦੋਂ ਮੈਂ ਇੰਡੀਆ ਆਇਆ ਮੇਰੇ ਨਾਲ ਹੀ ਆ ਗਈ। ਜੇ ਨਹੀਂ ਆਂਦੀ ਸ਼ਾਇਦ ਰੂਹ ਹੀ ਨਾ ਇਸ ਧਰਤੀ ਤੇ ਆਉਂਦੀ। ਤੇ ਉਹ ਅਚਾਨਕ ਇੱਕ ਦਿਨ ਮੈਨੂੰ 4 ਵਜੇ ਮੇਰੀ ਜਾਗ ਖੁੱਲੀ ਸਵੇਰੇ, ਤੇ ਉਹ ਮੈਂ ਡਾਇਰੀ ਚੁੱਕੀ, ਤੇ ਉਹ ਰੂਹ ਦਾ ਲਫ਼ਜ਼ ਮੇਰੇ ਸਾਹਮਣੇ ਆਇਆ। ਉਹ ਡਾਇਰੀ ਖਾਲੀ ਸੀ ਸਾਰੀ, ਤੇ ਉਹ ਮੈਂ ਉਸ ਦਿਨ 4 ਵਜੇ ਸਵੇਰੇ ਲਿਖਣ ਬੈਠਾ,
ਤੇ ਮੈਂ ਆਪਣੇ ਦਰਸ਼ਕਾਂ ਨੂੰ ਪਲੀਜ਼ ਇਹੀ ਰਿਕੁਐਸਟ ਕਰੂੰਗਾ ਕਿ ਇਸ ਗੱਲ ਨੂੰ 1% ਵੀ ਝੂਠ ਨਾ ਮੰਨਣ, ਕਿਉਂਕਿ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਗੱਲ ਦੱਸ ਰਿਹਾ ਕਿ 26 ਘੰਟੇ 26 ਆਵਰਸ ਮੈਂ ਲਿਖਦਾ ਰਿਹਾ, 100 ਪੇजेस ਮੈਂ ਲਿਖੇ ਬਿਨਾਂ ਖਾਦੇ ਪੀਤੇ। ਵਾਓ। ਰੂਹ ਦੀ ਜਿਹੜੀ ਇਹ ਸ਼ਕਲ ਹੈ, ਅੱਜ ਮੈਂ ਇਹ ਜ਼ਰੂਰ ਦੱਸਣਾ ਚਾਹੂੰਗਾ ਕਿ ਇਸ ਤਰ੍ਹਾਂ ਇਹ ਜਿਹੜੀ ਹੈ ਦੁਨੀਆ ਦੇ ਵਿੱਚ ਰੂਹ ਆਈ। ਤੇ ਅਗਲੇ ਦਿਨ ਮੈਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕੁਝ ਲਿਖ ਰਿਹਾ ਸੀਗਾ, ਤੇ ਅਗਲੇ ਦਿਨ ਮੈਂ ਇਹ ਰੂਹ ਜਿਹੜੀ ਹੈ ਸਾਰੀ ਦੁਨੀਆ ਦੀ ਇੱਕ ਮਾਇਨਾਜ਼ ਹਸਤੀ ਬੇਤਾਜ ਬਾਦਸ਼ਾਹ ਪੋਇਟਰੀ ਦਾ ਸੁਰਜੀਤ ਪਾਤਰ ਸਾਹਿਬ ਨੂੰ ਫੋਨ ਤੇ ਸੁਣਾਈ। ਓਕੇ। ਤੇ ਉਹਨਾਂ ਦੇ ਜਿਹੜੇ ਲਫ਼ਜ਼ ਨੇ ਉਹ ਹੂਬਹੂ ਮੈਂ ਦੱਸ ਰਿਹਾ। ਉਹ ਕਹਿੰਦੇ ਸਿੱਖੋ ਇਸ ਦੇ ਵਿੱਚ ਇੱਕ ਹਵਾ ਆਉਣ ਨੂੰ ਵੀ ਜਗ੍ਹਾ ਨਹੀਂ, ਇਹਨੂੰ ਬਿਲਕੁਲ ਨਾ ਛੇੜੀ। ਲੇਕਿਨ ਇਹਦੇ ਵਿੱਚ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ, ਜਿਵੇਂ ਤੂੰ ਰਿਸ਼ਵਤਖੋਰੀ ਦੀ ਗੱਲ ਕੀਤੀ ਹੈ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ, ਮਹਿੰਗਾਈ ਦੀ ਗੱਲ ਹੈ, ਉਹਨਾਂ ਨੂੰ ਸਾਰਿਆਂ ਨੂੰ ਹਟਾ ਕੇ ਤੂੰ ਆਪਣੇ ਆਪ ਇਸ ਬੁੱਕ ਨੂੰ ਪ੍ਰਿੰਟ ਕਰਵਾ ਦੇ ਤੇ ਇਹ ਬੁੱਕ ਰਹਿੰਦੀ ਦੁਨੀਆ ਤੱਕ ਯਾਦ ਕਰੀ ਜਾਊਗੀ। ਉਹ ਸੁਰਜੀਤ ਪਾਤਰ ਸਾਹਿਬ ਜੀ ਦੇ ਉਹਨਾਂ ਲਫ਼ਜ਼ਾਂ ਨੂੰ ਸਲਾਮ ਹੈ ਤੇ ਕਿ ਇੱਕ ਰਾਈਟਰ ਜਿਹੜਾ ਪਹਿਲੀ ਵਾਰ ਲਿਖ ਰਿਹਾ ਹੈ ਤੇ ਉਹਨੂੰ ਇੰਨਾ ਐਪਰੀਸ਼ੀਏਟ ਕਰਨਾ। ਤੇ ਉਸ ਤੋਂ ਬਾਅਦ ਇਹ ਰੂਹ ਅੱਜ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਰੂਹ ਦਾ ਨਾਮ ਹੋ ਚੁੱਕਿਆ ਹੈ। ਕਿਉਂਕਿ ਮੈਡਮ ਇੱਕ ਮੈਂ ਆਪਣੇ ਸਾਂਝਾ ਪੰਜਾਬ ਟੀਵੀ ਤੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਇਹ ਦੁਨੀਆ ਦੇ ਵਿੱਚ ਦਲੇਰ ਮਹਿੰਦੀ ਸਾਹਿਬ ਮੈਨੂੰ ਕਈ ਵਾਰ ਕਹਿ ਚੁੱਕੇ ਕਿ ਤੈਨੇ ਬਹੁਤ ਵੱਡੀ ਗਲਤੀ ਕੀਤੀ ਹੈ, ਕਿ ਤੈਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਲਈ ਅਪਲਾਈ ਕਰਨਾ ਚਾਹੀਦਾ ਸੀ ਜਦੋਂ ਰੂਹ ਦੀ ਬੁੱਕ ਡਿਸਟ੍ਰੀਬਿਊਟ ਹੋਣੀ ਸ਼ੁਰੂ ਹੋਈ ਸੀ। ਕਿਉਂਕਿ ਤਕਰੀਬਨ 1.8 ਮਿਲੀਅਨ ਬੁੱਕ ਫ੍ਰੀ ਆਫ ਕਾਸਟ ਵਰਲਡ ਵਾਈਡ ਫ੍ਰੀ ਡਿਸਟ੍ਰੀਬਿਊਟ ਹੋ ਚੁੱਕੀ ਹੈ। ਵਾਓ, ਦੈਟਸ ਵੈਰੀ ਨਾਈਸ। ਉਹਨਾਂ ਦੇ ਵਿੱਚੋਂ ਕਾਫੀ ਮੇਰੇ ਕੋਲ ਬਿੱਲ ਪਏ ਨੇ, ਤਕਰੀਬਨ 1 ਮਿਲੀਅਨ ਦੇ ਬਿੱਲ ਪਏ ਨੇ ਜਿਹੜੀ ਪ੍ਰਿੰਟ ਹੋਈ ਹੈ। ਤਕਰੀਬਨ 100 ਦੇ ਕਰੀਬ ਟਾਈਟਲਸ ਆ ਚੁੱਕੇ ਨੇ ਰੂਹ ਦੇ। ਵਾਓ, ਆਸਮ, ਕੰਗ੍ਰੈਚੁਲੇਸ਼ਨਸ ਫॉर दैट। ਇਤਿਹਾਸ ਹੈ, ਹਿਸਟਰੀ ਹੈ, ਇੱਕ ਹਿਸਟਰੀ ਹੈ ਜਿਹੜੀ ਮਤਲਬ ਆਉਣ ਵਾਲੇ ਸਮੇਂ ਦੇ, ਔਰ 14 ਲੈਂਗੁਏਜ ਦੇ ਵਿੱਚ ਜਿੱਥੇ ਤੱਕ ਮੈਨੂੰ ਦਿਖ ਰਿਹਾ ਹੈ ਕਿ 14 ਲੈਂਗੁਏਜਸ ਦੇ ਵਿੱਚ ਰੂਹ ਦੀ ਬੁੱਕ ਇਸ ਟਾਈਮ ਡਿਸਟ੍ਰੀਬਿਊਟ ਹੋ ਰਹੀ ਹੈ। ਓਕੇ, ਬਹੁਤ ਵਧੀਆ, ਬਹੁਤ ਵਧੀਆ। ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ, ਫ੍ਰੈਂਚ, ਸਪੈਨਿਸ਼, ਜਰਮਨ, ਉਹ ਸਾਰਾ ਕੁਝ ਮੈਨੂੰ ਪਤਾ ਹੈ। ਜਰਮਨ ਵੈਬਸਾਈਟ ਤੇ ਗੂਗਲ ਤੇ ਕੋਈ ਵੀ ਸਰਚ ਕਰ ਸਕਦਾ ਹੈ ਕਿ ਜਰਮਨ ਲੈਂਗੁਏਜ ਦੇ ਵਿੱਚ ਰੂਹ ਦੀ ਬੁੱਕ ਉੱਥੇ ਡਿਸਟ੍ਰੀਬਿਊਟ ਹੋ ਰਹੀ ਹੈ। ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਉਸ ਰੱਬ ਨੇ ਉਸ ਤੁਹਾਡੇ ਵਰਗੇ ਜਿਹੜੇ ਮੇਰੇ ਫੈਮਿਲੀ ਮੈਂਬਰ, ਮੈਂ ਤੁਹਾਨੂੰ ਗਿਣਦਾ, ਬੌਬ ਦਸਾਂਝ ਜੀ ਨੂੰ, ਜੋਤੀ ਸ਼ਰਮਾ ਜੀ ਨੂੰ, ਹੈਰੀ ਨੂੰ, ਇਸ ਟੀਮ ਨੂੰ ਸਾਂਝਾ ਪੰਜਾਬ ਦੀ, ਜਿਨ੍ਹਾਂ ਦੀ ਅਰਦਾਸ ਕਾਰਨ ਈਬੇ ਦੇ ਉੱਤੇ ਅਮਰੀਕਾ ਦੇ ਵਿੱਚ ਰੂਹ ਦੀ ਸੀਡੀ ਰੈਂਟ ਤੇ ਜਾਂਦੀ ਹੈ। ਐਨੀਵਨ ਕੈਨ ਚੈੱਕ ਇਟ ਔਨ ਗੂਗਲ। ਬਹੁਤ ਵਧੀਆ, ਬਹੁਤ ਵਧੀਆ। ਇਟਸ ਅ ਬਿਗ ਅਚੀਵਮੈਂਟ। ਇੰਗਲੈਂਡ ਦੀ ਸਭ ਤੋਂ ਵੱਡੀ ਜਿਹੜੀ ਆਪਣੀ ਪਬਲਿਸ਼ਿੰਗ ਹਾਊਸ ਹੈ ਉਹ ਇਹਨੂੰ ਸੇਲ ਕਰ ਰਿਹਾ, ਇਹ ਵੀ ਈ ਬੁੱਕਸ। ਬਹੁਤ ਵਧੀਆ, ਸਾਰਾ ਕੁਝ ਗੂਗਲ ਤੇ ਹੈ ਤੇ ਐਨੀਵਨ ਕੈਨ ਚੈੱਕ ਦੈਟ। ਮੈਂ ਚਾਹਾਂਗੀ ਕਿ ਤੁਸੀਂ ਰੂਹ ਦੇ ਵਿੱਚੋਂ ਸਾਨੂੰ ਕੁਝ ਸੁਣਾਓ, ਅੱਜ ਸਾਡੇ ਨਾਲ ਸਾਂਝਾ ਕਰੋ। ਰੂਹ ਦਾ ਜਿਹੜਾ ਮੈਮ ਜੇ ਸ਼ੁਰੂ ਕਰੂੰਗਾ ਤੇ ਮੈਨੂੰ 3 ਪਾਰਟਸ ਦੇ ਵਿੱਚ ਤੁਹਾਨੂੰ 5-5 ਮਿੰਟ ਸੁਣਾਣੀ ਹੀ ਪਏਗੀ, ਮਸਟ ਹੈ। ਕਿਉਂਕਿ ਲਾਈਫ ਦੇ ਜਿਹੜੇ ਵੈਸੇ ਮੈਨੂੰ ਪੂਰੀ ਯਾਦ ਹੈ, ਉਹ ਬੜਾ ਲੰਬਾ ਸਮਾਂ ਹੈ ਕਿ 40 ਮਿੰਟਸ ਲੱਗਦੇ ਆ, ਲੇਕਿਨ ਜਿਹੜੇ 5-5 ਮਿੰਟਸ ਦੇ 3 ਜਿਹੜੇ ਸੈਗਮੈਂਟਸ ਹੈ ਉਹ ਸੁਣਾਣੇ ਹੀ ਪੈਣਗੇ, ਤਾਂ ਜਾ ਕੇ ਇਹਦੀ ਜਿਹੜੀ ਰੂਹ ਦੀ ਹੈ ਥੋੜੀ ਜੀ ਲੋਕਾਂ ਨੂੰ ਗੱਲਬਾਤ ਸਮਝ ਆਏਗੀ। ਤੇ ਜੇ ਤੁਹਾਡੀ ਆਗਿਆ ਹੋਏਗੀ ਮੈਂ ਪਹਿਲਾ ਪਾਰਟ ਸੁਣਾਉਣਾ, ਤੇ ਫਿਰ ਜੇ ਆਗਿਆ ਹੋਏਗੀ ਤਾਂ ਦੂਸਰੇ ਪਾਰਟਸ ਵੀ ਮੈਂ ਸੁਣਾਵਾਂਗਾ ਤੇ ਉਹਨੂੰ ਕੰਪਲੀਟ ਕਰਨ ਲਈ। ਕਹਿੰਦਾ ਕੀ ਹੈ ਜ਼ਿੰਦਗੀ ਤੇ ਕੀ ਹੈ ਸਫ਼ਰ, ਨਾ ਤੂੰ ਜਾਣੇ ਨਾ ਮੈਂ ਜਾਣਾ, ਗੱਲਾਂ ਤੂੰ ਵੀ ਬਹੁਤ ਕਰਦਾ ਹੈ, ਗੱਲਾਂ ਮੈਂ ਵੀ ਬਹੁਤ ਕਰਦਾ, ਪਲ ਪਲ ਤੂੰ ਵੀ ਰੋਜ਼ ਮਰਦਾ ਹੈ, ਪਲ ਪਲ ਮੈਂ ਵੀ ਰੋਜ਼ ਮਰਦਾ। ਜੇ ਗੱਲ ਕਰਨੀ ਹੈ ਸਫ਼ਰ ਦੀ ਤਾਂ ਗੱਲ ਕਰਨੀ ਪਊ ਜ਼ਿੰਦਗੀ ਦੀ ਵੀ, ਜੇ ਗੱਲ ਕਰਨੀ ਹੈ ਸਫ਼ਰ ਦੀ ਤਾਂ ਗੱਲ ਕਰਨੀ ਪਊ ਮੌਤ ਦੀ ਵੀ। ਕਹਿੰਦੇ ਭਾਗਾਂ ਨਾਲ ਮਿਲਦੀ ਹੈ ਇਹ ਜ਼ਿੰਦਗੀ ਬੜਭਾਗੀ, ਕਦੇ ਅਸਮਾਨੀ ਚੜਾ ਕੇ ਸੁੱਟਦੀ ਹੈ ਇਹ ਜ਼ਿੰਦਗੀ ਅਭਾਗੀ। ਚਰਖੇ ਦੀ ਪੂਣੀ ਵਾਂਗ ਹੈ ਜ਼ਿੰਦਗੀ, ਤੈਨੂੰ ਕੱਤਣੀ ਹੀ ਪੈਣੀ, ਰੋਸ਼ਨ ਹੈ ਜ਼ਿੰਦਗੀ ਜੋ ਅੱਜ ਤੇਰੀ ਕੱਲ ਇਹ ਵੀ ਨਹੀਂ ਰਹਿਣੀ। ਵਾਹ। ਪ੍ਰੀਤ ਤੂੰ ਗੱਲਾਂ ਕਰਦਾ ਹਨੇਰੇ ਦੀਆਂ ਬਹੁਤ, ਕਦੇ ਰੋਸ਼ਨੀ ਦੀ ਵੀ ਗੱਲ ਕਰ ਲਿਆ ਕਰ, ਪ੍ਰੀਤ ਤੂੰ ਡਰਦਾ ਇਸ ਦੁਨੀਆ ਤੋਂ ਬਹੁਤ, ਕਦੇ ਸੱਚੇ ਰੱਬ ਕੋਲੋਂ ਵੀ ਡਰ ਲਿਆ ਕਰ। ਰੱਬ ਨਾਲ ਗੱਲਾਂ ਕੀਤੀਆਂ, ਕਹਿੰਦਾ ਚੱਲ ਆਪਾਂ ਰਲ ਮਿਲ ਬੈਠ ਕੇ ਕੁਝ ਬਾਤਾਂ ਪਾਉਣੇ ਆ, ਜੇ ਮਿਲਿਆ ਏ ਕੁਝ ਵਕਤ ਤਾਂ ਜਸ਼ਨ ਮਨਾਉਣੇ ਆ। ਰੱਬ ਦਾ ਆਨਸਰ ਸੀਗਾ, ਤੂੰ ਕਿਸ ਰਾਹ ਤੇ ਚੱਲਿਆ ਸੀ, ਮੋੜ ਕਿੱਧਰ ਨੂੰ ਲੈ ਗਿਆ, ਤੂੰ ਪੁੱਛਦਾ ਸੀ ਮੈਥੋਂ ਅੱਜ ਮੈਨੂੰ ਹੀ ਕੁਝ ਕਹਿ ਗਿਆ। ਕਹਿੰਦਾ ਮੈਂ ਤੈਨੂੰ ਕੀ ਕਹਾਂਗਾ, ਮੈਂ ਤਾਂ ਖੁਦ ਆਪਣਾ ਗੁਨਾਹਗਾਰ ਹਾਂ, ਦੋਸ਼ ਕੀ ਦੇਵਾਂ ਕਿਸਮਤ ਨੂੰ, ਮੈਂ ਤਾਂ ਖੁਦ ਬਣਿਆ ਲਾਚਾਰ। ਕੁਝ ਗੱਲਾਂ ਕਰਦੇ ਹਾਂ ਮਾਂ ਦੀ ਉਸ ਨਿੱਕੀ ਕੁੱਖ ਦੀਆਂ, ਕੁਝ ਗੱਲਾਂ ਕਰਦੇ ਹਾਂ ਮੇਰੇ ਪੈਦਾ ਹੋਣ ਵਾਲੇ ਉਸ ਦੁੱਖ ਦੀਆਂ। ਇੱਕ ਮਾਸ ਦਾ ਟੁਕੜਾ ਸੀ, ਨਾ ਬੋਲਦਾ ਸੀ ਨਾ ਲੋਚਦਾ ਸੀ, ਦੁੱਖਾਂ ਤੋਂ ਸੀ ਮੈਂ ਕੋਹਾਂ ਦੂਰ, ਨਾ ਹੀ ਮੈਂ ਕੁਝ ਸੋਚਦਾ ਸੀ।
ਨਾ ਸਾਹਾਂ ਦੀ ਫਿਕਰ ਸੀ, ਨਾ ਰਾਹਾਂ ਦੀ ਫਿਕਰ ਸੀ, ਨਾ ਜਿਉਣ ਦੀ ਚਾਹਤ ਸੀ ਤੇ ਨਾ ਮੌਤ ਦਾ ਡਰ ਸੀ। ਵਾਓ। ਕਦੇ ਅੰਬਰਾਂ ਝੁੱਟਦਾ ਸੀ ਇਹ ਮਾਸ ਦਾ ਟੁਕੜਾ, ਕਦੇ ਮਾਂ ਨੂੰ ਹੱਸਦਾ ਵੇਖਦਾ ਸੀ ਇਹ ਮਾਸ ਦਾ ਟੁਕੜਾ। ਕਹਿੰਦਾ ਮਾਂ ਦੀ ਕੁੱਖ ਵਿੱਚ ਇੱਕ ਡਰ ਬਹੁਤ ਸਤਾਉਂਦਾ ਸੀ, ਮੈਂ ਕੁੜੀ ਹਾਂ ਜਾਂ ਮੁੰਡਾ ਹਾਂ ਮੇਰੇ ਮਨ ਵਿੱਚ ਵੀ ਆਉਂਦਾ ਸੀ। ਕਿਉਂ ਜੇ ਕੁੜੀ ਹੋਈ ਤਾਂ ਮਾਰ ਹੀ ਨਾ ਮਕਾਉਣ ਮੈਨੂੰ, ਕਿਉਂ ਜੇ ਕੁੜੀ ਹੋਈ ਤਾਂ ਸਾੜ ਹੀ ਨਾ ਦੇਣ ਮੈਨੂੰ। ਜੇ ਕਤਲ ਕਰਨਾ ਇੰਨਾ ਸੌਖਾ ਹੈ ਫਿਰ ਕਿਉਂ ਮੰਨਦੇ ਹੋ ਇਹਨਾਂ ਧਰਮਾਂ ਨੂੰ, ਜੇ ਕਤਲ ਕਰਨਾ ਇੰਨਾ ਸੌਖਾ ਹੈ ਤਾਂ ਕਿਉਂ ਮੰਨਦੇ ਹੋ ਇਹਨਾਂ ਕਰਮਾਂ। ਆਪਾਂ ਲੋਕ ਹੈ ਕੌਣ ਆ? ਸਾਰੀ ਦੁਨੀਆ ਇੱਕੋ ਹੀ ਹੈ। ਮੈਂ ਤਾਂ ਬਸ ਇਨਸਾਨੀਅਤ ਦਾ ਇੱਕ ਪਰਛਾਵਾਂ ਹਾਂ, ਨੀ ਮਾਏ ਮੇਰੀਏ ਰੀਝ ਤੇਰੀ ਦਾ ਇੱਕ ਸਿਰਨਾਮਾ ਹਾਂ। ਆ ਗਿਆ ਸਮਾਂ ਜਦੋਂ ਜ਼ਿੰਦਗੀ ਦੀ ਡੋਰ ਨੇ ਭੋਰ ਭੋਰ ਹੋ ਜਾਣਾ, ਦੁਨੀਆ ਹੈ ਮੈਂ ਵੇਖਣੀ ਤੇ ਮਿੱਤਰਾ ਹੁਣ ਸ਼ੋਰ ਸ਼ੋਰ ਹੋ ਜਾਣਾ, ਹੁਣ ਸ਼ੋਰ ਸ਼ੋਰ ਹੋ ਜਾਣਾ। ਹੁਣ ਮੇਰੇ ਪੈਦਾ ਹੋਣ ਦਾ ਦੁੱਖ ਦੇਖਣਾ ਪੈਣਾ, ਮੇਰੀ ਤਤੜੀ ਮਾਂ ਨੂੰ ਲੱਗਦਾ ਮੈਂ ਭੁੱਲ ਗਿਆ ਹਾਂ ਉਹ ਸੰਘਣੀ ਜੀ ਛਾਂ। ਇਨਸਾਨ ਦਾ ਜਨਮ ਹੋਇਆ, ਇਨਸਾਨ ਦੀਆਂ ਗੱਲਾਂ ਕਰਾਂਗੇ, ਉਹ ਮੇਰੇ ਡਾਢਿਆ ਰੱਬਾ ਆ ਜਾ ਰਲ ਮਿਲ ਕੇ ਦੁੱਖ ਸੁੱਖ ਸਹਾਂਗੇ। ਮਾਂ ਨੂੰ ਕਹਿੰਦਾ ਕਦੇ ਬਾਪ ਝਿੜਕਦਾ ਤੈਨੂੰ, ਕਦੇ ਸੱਸ ਤਾਨੇ ਮਾਰਦੀ ਐ, ਤੂੰ ਤਪਦੀਆਂ ਦਿਨ ਰਾਤ ਮਾਏ ਪਰ ਸੀਨੇ ਲਾ ਮੈਨੂੰ ਠਾਰਦੀਆਂ। ਮੇਰੇ ਲਈ ਤੇਰਾ ਦੁੱਧ ਮਾਂ ਉਸ ਸਰੋਵਰ ਦਾ ਮਿੱਠਾ ਪਾਣੀ, ਕਦੇ ਕਦੇ ਅੱਖਾਂ ਕੱਢਦੀ ਐ ਤੇਰੀ ਨੰਦ ਵੀ ਮਰ ਜਾਣੀ। ਕਦੇ ਕਦੇ ਨਜ਼ਰਾਂ ਤੋਂ ਡਰਦੀ ਮਿਰਚਾਂ ਵੀ ਛਾਉਂਦੀ ਐ, ਕਦੇ ਕਦੇ ਨਜ਼ਰਾਂ ਤੋਂ ਡਰਦੀ ਬੂਹੇ ਤੇ ਇੱਕ ਨਿੰਬੂ ਜਿਹਾ ਵੀ ਟੰਗ ਆਉਂਦੀ ਐ। ਲੋਕੋ ਇਸ ਨੂੰ ਵਹਿਮ ਨਾ ਆਖੋ, ਇਹ ਤਾਂ ਮਾਂ ਦੇ ਦਿਲ ਦਾ ਪਿਆਰ ਹੈ। ਨਜ਼ਰਾਂ ਨੇ ਲੱਗਦੀਆਂ ਤੇ ਮੈਨੂੰ ਤਾਂ ਜਾਪਦਾ ਹਰ ਕੋਈ ਨਜ਼ਰਾਂ ਦਾ ਸ਼ਿਕਾਰ ਹੈ। ਬਹੁਤ ਵਧੀਆ। ਮਲੂਕੜਾ ਜਿਹਾ ਸੀ ਮੈਂ, ਬਾਪੂ ਚੁੱਕਦਾ ਸੀ ਮੈਨੂੰ, ਡਰਦਾ ਸੀ ਕਿ ਕਿਤੇ ਡਿੱਗ ਹੀ ਨਾ ਜਾਵਾਂ। ਭੋਲਾ ਜਾਣਦਾ ਨਹੀਂ ਸੀ ਡਿੱਗੂਗਾ ਕਿੰਨੀ ਵਾਰ ਤੇ ਚੁੱਕਣ ਵਾਲਾ ਮਿਲੂਗਾ ਕੋਈ ਟਾਵਾਂ ਟਾਵਾਂ। ਬਹੁਤ ਵਧੀਆ। ਦੁਨੀਆ ਦੀਆਂ ਬੁਰਾਈਆਂ ਨੇ ਡੰਗਣਾ ਮੈਨੂੰ ਭੋਲਾ ਉਹ ਵੀ ਨਹੀਂ ਜਾਣਦਾ ਸੀ। ਮੈਂ ਵੀ ਜਨਮ ਲਿਆ ਕਲਯੁਗ ਵਿੱਚ ਭੋਲਾ, ਜੇ ਮੈਨੂੰ ਉਹ ਵੀ ਨਹੀਂ ਪਹਿਚਾਨਦਾ ਸੀ। ਇਹ ਜ਼ਿੰਦਗੀ ਦੀ ਹੈ ਕਹਾਣੀ, ਗੱਲ ਕਰਨੀ ਪਊ ਹਰ ਰਿਸ਼ਤੇ ਦੀ, ਜੇ ਹੋਣ ਰਿਸ਼ਤੇਦਾਰ ਚੰਗੇ ਤਾਂ ਕੀ ਲੋੜ ਹੈ ਕਿਸੇ ਫਰਿਸ਼ਤੇ। ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ। ਹਾਂਜੀ ਜੋਤੀ ਜੀ। ਬਿਲਕੁਲ ਮੈਂ ਕਿਹਾ ਸਹੀ ਕਿਹਾ ਤੁਸੀਂ ਕਿ ਜੇ ਆਪਸ ਦੇ। ਹਾਂਜੀ ਆਵਾਜ਼ ਆ ਰਹੀ ਤੁਹਾਨੂੰ? ਹੈਲੋ ਹਾਂਜੀ ਆਵਾਜ਼ ਆ ਰਹੀ ਹੈ? ਹਾਂਜੀ ਆਵਾਜ਼ ਆ ਰਹੀ ਹੈ? ਹਾਂਜੀ ਮੈਂ ਕਿਹਾ ਬਿਲਕੁਲ ਤੁਸੀਂ ਸਹੀ ਕਿਹਾ ਕਿ ਜੇ ਰਿਸ਼ਤੇਦਾਰ ਆਪਣੇ ਰਿਸ਼ਤੇ ਨਾਤੇ ਜਿਹੜੇ ਆ ਉਹ ਸਾਡੇ ਨਾਲ ਕਲੀਅਰ ਸਾਫ਼ ਔਰ ਸੁੱਚੇ ਹੋਣ ਤਾਂ ਸਾਨੂੰ ਬਾਹਰ ਦਿਆਂ ਦੀ ਕਿਸੇ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਨਸਾਨ ਬਾਹਰ ਕਦੇ ਵੀ ਨਹੀਂ ਜਾਂਦਾ ਹੈ ਨਾ। ਸਾਡੇ ਲਈ ਉਹੀ ਰੱਬ ਬਣ ਸਕਦਾ। ਬਿਲਕੁਲ। ਤੇ ਰੂਹ ਤੋਂ ਬਾਅਦ ਹੋਰ ਕਿੰਨੀਆਂ ਤੁਸੀਂ ਇਸ ਤਰ੍ਹਾਂ ਦੀਆਂ ਕਿਤਾਬਾਂ ਲਿਖੀਆਂ ਜਾਂ ਗੀਤ ਲਿਖੇ, ਤੁਸੀਂ ਰਿਲੀਜੀਅਸ ਸੌਂਗ ਲਿਖੇ, ਸਾਨੂੰ ਉਹਦੇ ਬਾਰੇ ਵੀ ਥੋੜਾ ਦੱਸੋ। ਦੂਸਰੀ ਜਿਹੜੀ ਮੇਰੀ ਬੁੱਕ ਆਈ ਹੈ ਰੱਬ ਆਈ ਹੈ, 2 ਲਾਈਨਾਂ ਉਸ ਚੋਂ ਸੁਣਾਣਾ ਤੇ ਮੈਂ ਰੂਹ ਦੇ ਵਿੱਚੋਂ ਲਾਸਟ ਲਾਈਨਾਂ ਜਦੋਂ ਆਪਾਂ ਇੰਟਰਵਿਊ ਖਤਮ ਕਰਨ ਜਾਵਾਂਗੇ ਉਹ ਲਾਸਟ ਲਾਈਨਾਂ ਜ਼ਰੂਰ ਸੁਣਾਉਣੀਆਂ ਚਾਹੂੰਗਾ ਕਿਉਂਕਿ ਤੁਹਾਡੇ ਕੋਲ ਸ਼ਾਇਦ ਟਾਈਮ ਨਹੀਂ ਹੈ ਜ਼ਿਆਦਾ। ਬਿਲਕੁਲ ਬਿਲਕੁਲ ਬਹੁਤ ਟਾਈਮ ਤੁਸੀਂ ਮੈਂ ਲੈ ਲਿਆ ਤੁਹਾਡਾ। ਹਾਂਜੀ ਨਹੀਂ ਕੋਈ ਗੱਲ ਨਹੀਂ। ਦੂਸਰੀ ਬੁੱਕ ਹੈ ਮੇਰੀ ਦੂਸਰੀ ਬੁੱਕ ਮੇਰੀ ਰੱਬ ਹੈ ਜਿਹੜੀ ਕਹਿੰਦਾ ਹੇ ਰੱਬਾ ਤੂੰ ਇਹ ਕੀ ਚੀਜ਼ ਬਣਾਈ, ਲੋਕੀ ਇਹਨੂੰ ਦੁਨੀਆ ਆਖਣ ਪਰ ਮੇਰੀ ਸਮਝ ਨਾ ਆਈ। ਅਪਰੰਪਾਰ ਵੀ ਤੂੰ, ਨਿਰੰਕਾਰ ਵੀ ਤੂੰ, ਜ਼ਿੰਦਗੀ ਦੇ ਦਿਨ ਚਾਰ ਵੀ ਤੂੰ ਤੇ ਪਿਆਰ ਵੀ ਤੂੰ, ਆਰ ਵੀ ਤੂੰ, ਪਾਰ ਵੀ ਤੂੰ, ਵਾਰ ਵੀ ਤੂੰ, ਤਲਵਾਰ ਵੀ ਤੂੰ, ਹਵਾ 'ਚ ਤੂੰ, ਪਾਣੀ 'ਚ ਤੂੰ, ਜ਼ਿੰਦਗੀ ਦੀ ਹਰ ਕਹਾਣੀ 'ਚ ਤੂੰ, ਆਖੇ ਵੀ ਤੂੰ, ਸੁਣੇ ਵੀ ਤੂੰ, ਉਧੇੜੇ ਵੀ ਤੂੰ, ਬੁਣੇ ਵੀ ਤੂੰ, ਪੁੰਨ ਵੀ ਤੂੰ, ਪਾਪ ਵੀ ਤੂੰ, ਵਰ ਵੀ ਤੂੰ, ਸ਼ਰਾਪ ਵੀ ਤੂੰ, ਤੂੰ ਹੀ ਤੂੰ ਮੇਰੇ ਰੱਬਾ, ਬਸ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਇਹ ਮੇਰੀ ਸੈਕੰਡ ਬੁੱਕ ਜਿਹੜੀ ਆਈ ਹੈ ਰੱਬ, ਇਹਨੂੰ ਅਜੇ ਅਸੀਂ ਪ੍ਰਮੋਟ ਵੀ ਨਹੀਂ ਕਰ ਸਕੇ ਤੇ ਇੰਨੀ ਇਹਦੀ ਗੱਲਬਾਤ ਨਹੀਂ ਲੋਕਾਂ ਤੱਕ ਪਹੁੰਚੀ ਹੈ। ਸੋ ਇਹਦਾ ਆਈ ਥਿੰਕ ਤੁਸੀਂ ਵੀਡੀਓ ਵਰਜ਼ਨ ਤੁਸੀਂ ਇਹਦਾ ਕੀਤਾ ਹੈ ਨਾ, ਇਹਦਾ ਕੁਝ ਵੀਡੀਓ ਵੀ ਬਣਿਆ ਰੱਬ ਦਾ ਜਿਹੜਾ ਮੈਂ ਸੁਣਿਆ ਸੀ ਰੀਸੈਂਟਲੀ, ਬਹੁਤ ਵਧੀਆ ਸੀ। ਔਰ ਹਰਮਿੰਦਰ ਜਿਹੜੇ ਇੱਕ ਰਿਲੀਜੀਅਸ ਸਿੰਗਰ ਹੈਗੇ ਜਿਨ੍ਹਾਂ ਨੂੰ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ। ਹੈਪੀ ਨੇ ਨਾ ਇਹ ਨਾ ਪਹਿਲਾਂ ਰੂਹ ਜਿਹੜੀ ਸੀ ਉਹ ਮੇਰੀ ਆਵਾਜ਼ ਦੇ ਵਿੱਚ ਆਈ ਸੀਗੀ ਤੇ ਖੁਦ ਦੀ ਆਵਾਜ਼ ਦੇ ਵਿੱਚ ਆਈ ਸੀਗੀ ਤੇ ਫਿਰ ਸ਼ੰਕਰ ਸਾਨੀ ਜੀ ਨੇ ਇਹਨੂੰ ਗਾਇਆ, ਫਿਰ ਬਾਲੀਵੁੱਡ ਸਿੰਗਰ ਆਲਮਗੀਰ ਜੀ ਨੇ ਗਾਇਆ ਤੇ ਹੁਣ ਜਿਹੜੇ ਹਰਮਿੰਦਰ ਸਿੰਘ ਟੈਪੀ ਨੇ ਉਹਨਾਂ ਨੇ ਪਹਿਲਾਂ ਰੱਬ ਜਿਹੜੀ ਰਚਨਾ ਮੇਰੀ ਪੂਰੀ ਗਾਈ ਤੇ ਹੁਣ ਰੂਹ ਗਾਈ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਇੰਨਾ ਰਸ ਹੈ ਕਿ ਪੂਰੀ ਦੁਨੀਆ ਜਿਹੜੀ ਹੈ ਮੰਤਰ ਮੁਗਧ ਹੋ ਰਹੀ ਹੈ, ਸ਼ਾਂਤੀ ਮਿਲ ਰਹੀ ਹੈ ਪੂਰੀ ਦੁਨੀਆ ਨੂੰ ਸੁਣ ਕੇ ਦੋਨੋਂ। ਬਹੁਤ ਵਧੀਆ ਬਹੁਤ ਵਧੀਆ। ਅਸੀਂ ਚਾਹਾਂਗੇ ਇਸੇ ਤਰ੍ਹਾਂ ਤੁਸੀਂ ਤਰੱਕੀ ਕਰਦੇ ਜਾਓ ਔਰ ਤੁਹਾਡੇ ਜਿਹੜੀਆਂ ਦਿਲ ਦੀਆਂ ਖੁਆਇਸ਼ਾਂ ਉਹਨਾਂ ਨੂੰ ਤੁਸੀਂ ਜ਼ਰੂਰ ਪੂਰਾ ਕਰੋ ਔਰ ਵਧੀਆ ਵਧੀਆ ਗੀਤ, ਵਧੀਆ ਵਧੀਆ ਸ਼ਬਦ, ਵਧੀਆ ਵਧੀਆ ਕਿਤਾਬਾਂ, ਵਧੀਆ ਵਧੀਆ ਗੱਲਾਂ ਜਿਹੜੀਆਂ ਸਾਨੂੰ ਤੁਹਾਡੇ ਵੱਲੋਂ ਸੁਣਨ ਨੂੰ ਮਿਲਣ। ਸੋ ਇਸ ਦੀ ਆਸ ਕਰਦੇ ਹਾਂ। ਜੀ ਮੈਂ ਜਾਣ ਤੋਂ ਪਹਿਲਾਂ ਜਿਹੜਾ ਰੂਹ ਦਾ ਅਖੀਰੀ ਹੈ ਕਿਉਂਕਿ ਜਿਹੜਾ ਕਰੋਨਾ ਦਾ ਟਾਈਮ ਚੱਲ ਰਿਹਾ ਹੈ ਤੇ ਕਰੋਨਾ ਨੇ ਬਹੁਤ ਲੋਕਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਾ ਦਿੱਤਾ ਪੂਰੀ ਦੁਨੀਆ ਦੇ ਵਿੱਚ। ਅਖੀਰ ਦੇ ਵਿੱਚ ਜਿਹੜੀ ਰੂਹ ਦੀ ਗੱਲ ਹੈ, ਮੌਤ ਦੀ ਗੱਲ ਕੀਤੀ ਗਈ ਹੈ
ਤੇ ਉਹਦੀ ਇੱਕ ਗੱਲ ਮੈਂ ਹੋਰ ਦੱਸਣਾ ਚਾਹੂੰਗਾ, ਉਸ ਪਰਮਾਤਮਾ ਨੇ ਕਿਰਪਾ ਕੀਤੀ ਸੀ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਸ਼ਮਸ਼ਾਨ ਘਾਟ ਸੀ 4 ਸਾਲ ਪਹਿਲਾਂ, ਉੱਥੇ ਸਾਰੇ ਰੂਹ ਦੀਆਂ ਜਿਹੜੀਆਂ ਲਾਸਟ ਲਾਈਨ ਹੈ ਉਹ ਲਿਖ ਕੇ ਫਲੈਕਸਾਂ ਲੱਗੀਆਂ ਸੀਗੀਆਂ। ਓਕੇ। ਇੱਕ ਪੋਸਟਰਸ ਲੱਗੇ ਸੀਗੇ ਪੂਰੇ, ਤੇ ਪੂਰੇ ਇੰਡੀਆ ਦੇ ਵਿੱਚ, ਬੰਬੇ, ਦਿੱਲੀ, ਗੋਆ, ਪੁਣੇ, ਕਿਤੇ ਵੀ ਜਾਓਗੇ ਤੇ ਉੱਥੇ ਪੋਸਟਰ ਲਗਾਏ ਗਏ ਸੀਗੇ ਪੂਰੀ ਦੁਨੀਆ 'ਚ, ਇਹ ਪੂਰੇ ਇੰਡੀਆ ਸੌਰੀ। ਤੇ ਉਹ ਜਿਹੜੀਆਂ ਲਾਈਨਾਂ ਨੇ ਉਹ ਇਹੀ ਲਾਈਨਾਂ ਨੇ ਜਿਹੜੀਆਂ ਮੈਂ ਲਾਸਟ ਦੇ ਵਿੱਚ ਜ਼ਰੂਰ ਸੁਣਾਉਣਾ ਚਾਹੁੰਦਾ ਹੁੰਦਾ ਹਰ ਇੱਕ ਇੰਟਰਵਿਊ ਦੇ ਵਿੱਚ। ਜ਼ਰੂਰ। ਤੇ ਜਦੋਂ ਮੈਂ ਆਪਣੇ ਆਪ ਨੂੰ ਖੁਦ ਮਹਿਸੂਸ ਕੀਤਾ ਕਿ ਮੇਰੀ ਮੌਤ ਹੋਈ, ਇਸੇ ਲਈ ਚੰਗੇ ਕਰਮ ਕਰ ਸਕਦਾ ਇਨਸਾਨ, ਸ਼ਾਇਦ ਮੈਂ ਕਰਦਾ ਹੋਵਾਂ ਜਾਂ ਨਾ ਹੋਵਾਂ, ਲੇਕਿਨ ਕੋਈ ਵੀ ਬੰਦਾ ਜਿਹਨੂੰ ਮੌਤ ਬਾਰੇ ਥੋੜਾ ਜਿਹਾ ਵੀ ਡਰ ਹੋਏਗਾ ਉਹ ਚੰਗੇ ਕਰਮ ਕਰੇਗਾ। ਹਾਂਜੀ। ਕਹਿੰਦਾ ਵੇਖ ਰਹੀ ਸੀ ਆਤਮਾ ਮੇਰੀ, ਕਿਹੜੇ ਯਾਰ ਬੇਲੀ ਆਏ, ਕਿਹੜੇ ਮੈਥੋਂ ਦੂਰ ਹੋ ਗਏ, ਜਿਹੜੇ ਹਰ ਪਲ ਨਾਲ ਸੀ ਰਹਿੰਦੇ ਅੱਜ ਕਿਉਂ ਨਾ ਆਏ, ਕਿਉਂ ਮਜਬੂਰ ਹੋ ਗਏ। ਜਦੋਂ ਲੱਕੜਾਂ ਟਿਕਾਉਂਦੇ ਸੀ ਮੇਰੇ ਸੀਨੇ ਤੇ ਮੈਂ ਧਾਹਾਂ ਮਾਰ ਮਾਰ ਕੇ ਰੋ ਰਿਹਾ ਸੀ, ਰੂਹ ਵੀ ਮੇਰੀ ਤੜਫੀ ਸੀ ਜਦੋਂ ਪਿੱਛੋਂ ਮੇਰੇ ਆਪਣੇ ਨੇ ਹੀ ਫੂਕੋ ਇਹਨੂੰ ਛੇਤੀ ਕਿਹਾ ਸੀ। ਅੱਗ ਦੇ ਭਾਂਬੜ ਨੇ ਮੇਰੀ ਰੂਹ ਅੰਦਰ ਵੀ ਇੱਕ ਭਾਂਬੜ ਜਿਹਾ ਮਚਾ ਛੱਡਿਆ, ਨਾ ਰੋਏ ਲੋਕੋ ਮੈਂ ਵੀ ਇੱਥੋਂ ਨੂੰ ਆਪਣੇ ਦਿਲੋਂ ਕੱਢਿਆ। ਮੇਰੀ ਲਾਸ਼ ਦੇ ਚਾਰੇ ਪਾਸੇ ਲੋਹੇ ਦੇ ਸੱਬਲ ਗੜ ਦਿੱਤੇ, ਕਿਤੇ ਭੱਜ ਹੀ ਨਾ ਜਾਵਾਂ, ਜਦੋਂ ਚਾਨਣ ਸੀ ਜ਼ਿੰਦਗੀ ਚ ਉਦੋਂ ਭੱਜ ਨਹੀਂ ਸਕਿਆ, ਹੁਣ ਕੀ ਭੱਜੂਗਾ ਜਦੋਂ ਮੈਂ ਬਣ ਗਿਆ ਕਾਲਾ ਪਰਛਾਵਾਂ। ਮੇਰੀ ਲਾਸ਼ ਤੇ ਕਿੰਨੀਆਂ ਹੀ ਸ਼ਾਲਾਂ ਤੇ ਚਾਦਰਾਂ ਉਹ ਪਾ ਰਹੇ ਸੀ, ਮਰ ਜਾਣ ਦੀ ਸੀ ਗਰਮੀ ਬਹੁਤ, ਪਰ ਉਹ ਤਾਂ ਇਹ ਕੱਪੜੇ ਪਾ ਕੇ ਮੇਰੀ ਰੂਹ ਨੂੰ ਹੋਰ ਤੜਫਾ ਰਹੇ ਸੀ। ਹੁਣ ਮੇਰੀ ਰੂਹ ਹੋਰ ਕੋਈ ਕੁੱਖ ਲੱਭੂਗੀ, ਹੁਣ ਮੇਰੀ ਰੂਹ ਫਿਰ ਕਿਸੇ ਨੂੰ ਠੱਗੂਗੀ, ਇਹ ਜਨਮਾਂ ਜਨਮਾਂ ਦਾ ਹੀ ਚੱਕਰ ਹੈ, ਇਹ ਕਰਮਾਂ ਕਰਮਾਂ ਦਾ ਹੀ ਚੱਕਰ ਹੈ। ਸ਼ੁਕਰ ਹੈ ਫੇਰ ਮਾਂ ਦੀ ਕੁੱਖ ਮਿਲ ਗਈ, ਸ਼ੁਕਰ ਹੈ ਮੇਰੀ ਰੂਹ ਨੂੰ ਫੇਰ ਮਾਂ ਦੀ ਕੁੱਖ ਮਿਲ ਗਈ। ਬਹੁਤ ਵਧੀਆ, ਵੈਰੀ ਨਾਈਸ। ਦੁਨੀਆ ਦੇ ਜਿੰਨੇ ਵੀ ਮਤਲਬ ਆਪਣੀਆਂ ਬੁੱਕਸ ਹੈ, ਹੋਲੀ ਬੁੱਕਸ ਹੈ, ਬੇਸ਼ੱਕ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣ, ਗੀਤਾ ਹੋਵੇ, ਗੀਤਾ ਜੀ ਹੋਣ, ਤੇ ਆਪਣੇ ਬਾਈਬਲ ਹੋਵੇ, ਤੇ ਉਹਨਾਂ ਦੇ ਵਿੱਚ ਸਿਰਫ ਇੱਕੋ ਹੀ ਸਟੋਰੀ ਹੈ ਲਾਈਫ ਦੀ, ਕਿ ਇੱਕ ਸਰਕਲ ਹੈ ਲਾਈਫ ਦਾ। ਬੰਦਾ ਮਰਦਾ ਹੈ ਤੇ ਜੰਮਦਾ ਹੈ, ਤੇ ਉਹ ਸਿਸਟਮ ਦੇ ਮੁਤਾਬਕ ਹੀ ਜਿਹੜੀ ਰੂਹ ਦੇ ਬੁੱਕ ਦੇ ਵਿੱਚ ਇੱਕ ਬਹੁਤ ਹੀ ਆਸਾਨ ਲੈਂਗੁਏਜ ਦੇ ਵਿੱਚ ਸਟੋਰੀ ਹੋਈ ਹੈ ਸਾਰੀ, ਦਾ ਸਟੋਰੀ ਆਫ ਲਾਈਫ ਹੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੁਸੀਂ ਜ਼ਿੰਦਗੀ ਦੇ ਹਰ ਪਹਿਲੂ ਨੂੰ, ਜਨਮ ਤੋਂ ਲੈ ਕੇ ਮੌਤ ਤੱਕ ਦੇ ਪਹਿਲੂ ਨੂੰ ਤੁਸੀਂ ਸੰਜੋਇਆ ਇਸ ਬੁੱਕ ਦੇ ਅੰਦਰ, ਔਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਲਿਖਿਆ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਪ੍ਰੋਜੈਕਟਸ ਤੁਹਾਡੇ ਆ ਰਹੇ ਹਨ? ਇੱਕ ਤਾਂ ਜਿਹੜਾ ਮੈਂ ਦੱਸਣਾ ਚਾਹੂੰਗਾ ਕਿ ਮੈਂ ਸੂਫੀ ਜ਼ਿਆਦਾ ਲਿਖ ਰਿਹਾ, ਕਮਰਸ਼ੀਅਲ ਬਿਲਕੁਲ ਹੀ ਨਹੀਂ ਲਿਖ ਰਿਹਾ। ਬਹੁਤ ਲੋਕਾਂ ਦੀਆਂ ਵਰਲਡ ਵਾਈਡ ਕਾਲਸ ਆਉਂਦੀਆਂ ਨੇ ਮੈਨੂੰ ਕਮਰਸ਼ੀਅਲ ਲਿਖਣ ਲਈ, ਤੇ ਉਹ ਮੈਂ ਬਿਲਕੁਲ ਨਹੀਂ ਲਿਖ ਰਿਹਾ, ਸੂਫੀ ਹੀ ਮੈਂ ਲਿਖਦਾ। ਤੇ ਜਿਸ ਤਰ੍ਹਾਂ ਪਿੱਛੇ ਜਿਹੜਾ ਪੂਰੇ ਵਰਲਡ ਦੇ ਵਿੱਚ ਧਾਰਮਿਕ ਗੀਤ ਸੀਗਾ ਜਿਹੜਾ ਆਲਮਗੀਰ ਖਾਨ ਬਾਲੀਵੁੱਡ ਸਿੰਗਰ ਨੇ ਗਾਇਆ ਸੀ, ਗੁਰੂ ਨਾਨਕ ਬਾਦਸ਼ਾਹ ਦੇ 550ਵੇਂ ਜਿਹੜਾ ਫੰਕਸ਼ਨ ਹੋਏ ਸੀ ਪੂਰੀ ਦੁਨੀਆ 'ਚ ਮਨਾਏ ਗਏ ਸੀ, ਉੱਥੇ ਉਹ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਵੱਡੇ ਵੱਡੇ ਚੈਨਲਸ ਤੇ ਉਹਦੇ ਪ੍ਰੋਮੋ ਚੱਲੇ। 550 ਹੋ ਗਏ ਨੇ ਸਾਲ ਬੀਤੇ ਬਾਬਾ ਤੇਰੇ ਨਾਲ, ਬੀਤੇ ਬਾਬਾ ਖੁਸ਼ੀਆਂ ਨਾਲ, ਇਹ ਟਾਈਟਲ ਸੀ ਉਹਦਾ। ਤੇ ਉਸ ਤੋਂ ਇਲਾਵਾ ਹੁਣ 2 ਪ੍ਰੋਜੈਕਟ ਹੋਰ ਸੂਫੀ ਆ ਰਹੇ ਨੇ, ਉਹ ਵੀ ਜਲਦੀ ਮਤਲਬ ਲੋਕਾਂ ਤੱਕ ਪਹੁੰਚ ਜਾਣਗੇ। ਹਰਮਿੰਦਰ ਸਿੰਘ ਢੈਪੀ ਦੇ ਨੇ, ਕੁਦਰਤ ਕੰਪਨੀ ਜਿਹੜੀ ਇਹਦੀ ਆਡੀਓ ਕੰਪਨੀ ਹੈ, ਕੁਦਰਤ ਰਿਕਾਰਡਸ ਹੈ ਨਾ, ਉਹ ਲੈ ਕੇ ਆ ਰਹੇ ਨੇ ਸਰਦਾਰ ਨਿਰਮਲ ਸਿੰਘ ਜੀ। ਤੇ ਇਸ ਤਰ੍ਹਾਂ ਕੰਟੈਕਟ ਤਾਂ ਬਹੁਤ ਕਰ ਰਹੇ ਨੇ। ਸ਼ੰਕਰ ਸਾਨੀ ਦੇ ਕਾਫੀ ਗਾਣੇ ਆਏ ਨੇ ਮੇਰੇ ਲਿਖੇ ਹੋਏ, ਤੇ ਆਲਮ ਦੇ ਵੀ 3 ਗਾਣੇ ਹੋਰ ਵੀ ਆਏ ਨੇ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਹੈਲੋ, ਗੱਲ ਚੱਲ ਰਹੀ ਹੈ, ਉਹ ਵੀ ਕਹਿੰਦੇ ਆ ਆਉਣ ਵਾਲੇ ਸਮੇਂ 'ਚ ਸੂਫੀ ਗਾਣਾ ਚਾਹਨਾ ਮੈਂ, ਕਿਉਂਕਿ ਨਾ ਤੇ ਇਸ ਤਰ੍ਹਾਂ ਦੇ ਅੱਛੇ ਲੋਕ ਹੀ ਜਿਹੜੇ ਗਾ ਰਹੇ ਨੇ, ਤੇ ਅੱਛੀਆਂ ਚੀਜ਼ਾਂ ਕੋਸ਼ਿਸ਼ ਕਰਾਂਗੇ ਪਹੁੰਚਣ। ਬਿਲਕੁਲ ਜੀ, ਅਸੀਂ ਚਾਹੁੰਦੇ ਹਾਂ ਕਿ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ ਤੁਹਾਨੂੰ? ਠੀਕ, ਹੈਲੋ ਗੁਰਪ੍ਰੀਤ ਜੀ। ਹਾਂਜੀ ਹਾਂਜੀ, ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਲਿਖਦੇ ਹੋ ਜ਼ਿੰਦਗੀ ਦੀ ਹਕੀਕਤ ਬਾਰੇ, ਔਰ ਸਾਡੀ ਮੌਤ ਬਾਰੇ, ਸਾਡੀ ਰੂਹ ਬਾਰੇ, ਸਾਡੀ, ਕਿਉਂਕਿ ਇਹ ਇੱਕ ਸੱਚਾਈ ਹੈ। ਹਰ ਕਿਸੇ ਨੇ ਇੱਕ ਨਾ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਹੈ। ਜੇ ਇਨਸਾਨ ਨੇ ਜਨਮ ਲਿਆ ਹੈ ਤਾਂ ਉਹਦਾ ਜਿਹੜਾ ਮਰਨ ਹੈ ਉਹ ਪਹਿਲਾਂ ਹੀ ਲਿਖਿਆ ਗਿਆ ਹੈ ਕਿ ਉਹਨੇ ਕਦੋਂ ਇਸ ਦੁਨੀਆ ਤੋਂ ਵਿਦਾਈ ਲੈਣੀ ਹੈ। ਲੇਕਿਨ ਅਸੀਂ ਇਸ ਦੁਨੀਆ ਦੇ ਵਿੱਚ ਜਦੋਂ ਆ ਜਾਂਦੇ ਹਾਂ, ਉਸ ਤੋਂ ਬਾਅਦ ਅਸੀਂ ਜਦੋਂ ਨਾਮ, ਸ਼ੋਹਰਤ, ਪੈਸਾ ਹਾਸਿਲ ਕਰ ਲੈਂਦੇ ਹਾਂ, ਸਟੇਟਸ ਹਾਸਿਲ ਕਰ ਲੈਂਦੇ ਹਾਂ, ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਇੱਕ ਇਨਸਾਨ ਹਾਂ, ਔਰ ਅਸੀਂ ਇੱਕ ਚੰਗੇ ਇਨਸਾਨ ਬਣ ਕੇ ਰਹਿਣਾ ਹੈ। ਇਨਸਾਨ ਇਹ ਕਿਉਂ ਨਹੀਂ ਯਾਦ ਰੱਖਦਾ ਕਿ ਅਸੀਂ ਐਂਡ ਵਿੱਚ ਜਾਣਾ ਸਾਰਿਆਂ ਨੇ ਇੱਕੋ ਤਰੀਕੇ ਨਾਲ ਹੈ, ਜਿਹੜਾ ਮੈਂ ਆਪਣੇ ਗੀਤ ਵਿੱਚ ਵੀ ਮੈਂਸ਼ਨ ਕੀਤਾ ਸੀ। ਚਾਹੇ ਤੁਸੀਂ ਜਿੰਨੇ ਮਰਜ਼ੀ ਅਮੀਰ ਹੋ, ਤੁਸੀਂ, ਤੁਹਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਹਨ, ਲੇਕਿਨ ਜਾਣਾ ਤੁਸੀਂ 4 ਮੋਢਿਆਂ 'ਤੇ ਹੀ ਹੈ। ਸੋ ਸਾਰਿਆਂ ਦਾ ਜ਼ਰੀਆ ਜਿਹੜਾ ਹੈ, ਤਰੀਕਾ ਜਿਹੜਾ ਜਾਣ ਦਾ ਇੱਕ ਹੀ ਹੈ। ਸੋ ਆਈ ਥਿੰਕ ਇਹਨਾਂ ਗੱਲਾਂ ਨੂੰ ਜਦੋਂ ਅਸੀਂ ਧਿਆਨ 'ਚ ਰੱਖਾਂਗੇ ਤਾਂ ਅਸੀਂ ਜ਼ਰੂਰ ਇੱਕ ਚੰਗੇ ਇਨਸਾਨ ਬਣ ਕੇ ਰਹਿ ਸਕਦੇ ਹਾਂ।
ਜੀ ਮੈਂ ਜਾਂਦੇ ਹੋਏ ਬਸ ਇੱਕੋ ਹੀ ਗੱਲ ਕਹਿਣਾ ਚਾਹੂੰਗਾ ਇਜਾਜ਼ਤ ਲੈਣ ਵੇਲੇ ਤੇ ਮੈਂ ਇੱਕ ਛੋਟੀ ਜੀ ਗੱਲ ਜਿਹੜੀ ਇੱਕ ਛੋਟੀ ਜੀ ਸਟੋਰੀ ਹੈ ਬਹੁਤ ਛੋਟੀ ਸਿਕੰਦਰ ਜਿਸ ਟਾਈਮ ਇਸ ਦੁਨੀਆ ਤੋਂ ਮਤਲਬ ਮਰਨ ਤੋਂ ਕੁਝ ਦਿਨ ਪਹਿਲਾਂ ਹਾਂਜੀ। ਉਹ ਇੱਕ ਜਗ੍ਹਾ ਤੋਂ ਲੰਘ ਰਿਹਾ ਸੀਗਾ ਇੱਕ ਉਹਨਾਂ ਨੂੰ ਉੱਥੇ ਫਕੀਰ ਮਿਲੇ ਉਹ ਝੌਂਪੜੀ ਲੈ ਕੇ ਬੈਠੇ ਸੀ ਬਹੁਤ ਜ਼ਿਆਦਾ ਖੁਸ਼ ਸੀਗੇ ਝੌਂਪੜੀ ਦੇ ਵਿੱਚ ਬੈਠੇ ਸੀ ਉਹ ਝੌਂਪੜੀ ਚੱਕ ਕੇ ਜਿੱਧਰ ਧੁੱਪ ਆਉਂਦੀ ਸੀ ਉਧਰ ਆਪਣੀ ਝੌਂਪੜੀ ਦਾ ਮੂੰਹ ਕਰ ਲੈਂਦੇ ਸੀ ਤੇ ਝੌਂਪੜੀ ਦੇ ਅੰਦਰ ਧੁੱਪ ਆਉਂਦੀ ਸੀਗੇ ਸਿਕੰਦਰ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਉਹਨਾਂ ਨੂੰ ਦੇਖ ਕੇ ਉਹ ਕਹਿੰਦਾ ਸਿਕੰਦਰ ਕਹਿੰਦਾ ਆਪਣੇ ਜਿਹੜੇ ਸੈਨਿਕ ਸੀ ਇਹਨਾਂ ਨੂੰ ਕਹਿੰਦਾ ਪੁੱਛੋ ਵੀ ਇਹ ਇੰਨਾ ਖੁਸ਼ ਕਿਉਂ ਹੈ ਉਹਨੇ ਕਿਹਾ ਸਿਕੰਦਰ ਤੈਨੂੰ ਇਹ ਜਿਹੜਾ ਜਵਾਬ ਹੈ ਨਾ ਇਹ ਤੂੰ ਆਪਣੇ ਆਪ ਹੀ ਲੱਭਣਾ ਪੈਣਾ ਹੈ ਮੈਂ ਤਾਂ ਖੁਸ਼ ਹੈ ਹੀ ਆ ਤੂੰ ਹੁਣ ਜਾ ਰਿਹਾ ਉੱਥੋਂ ਵਾਪਸ ਤਾਂ ਤੂੰ ਆਣਾ ਨਹੀਂ ਪਰ ਜਾਂਦੇ ਹੋਏ ਲੋਕਾਂ ਨੂੰ ਇੱਕ ਮੈਸੇਜ ਦੇ ਕੇ ਜਾਈਂ ਤੇ ਉਹ ਮੈਸੇਜ ਸ਼ਾਇਦ ਲੋਕ ਸਮਝ ਸਕਣ ਜਦੋਂ ਉਹ ਸਿਕੰਦਰ ਅਖੀਰੀ ਜਿਹੜੀ ਉਹਦੀ ਮਤਲਬ ਲੜਾਈ ਸੀਗੀ ਉਹਦੇ ਵਿੱਚ ਗਿਆ ਸੀਗਾ ਉਹ ਉੱਥੇ ਮਰਨ ਤੋਂ ਪਹਿਲਾਂ ਇੱਕ ਲਫ਼ਜ਼ ਕਹਿ ਗਿਆ ਸੀ ਕਿ ਮੇਰੀ ਕਬਰ ਦੇ ਵਿੱਚ ਮੇਰੇ ਜਿਹੜੇ ਹੱਥ ਨੇ ਉਹ ਬਾਹਰ ਰੱਖਣਾ ਕਿ ਲੋਕਾਂ ਨੂੰ ਪਤਾ ਲੱਗ ਜੇ ਜਿਹੜੇ ਸਿਕੰਦਰ ਨੇ ਪੂਰੀ ਦੁਨੀਆ ਤੇ ਰਾਜ ਕੀਤਾ ਇੱਕੋ ਹੀ ਰਾਜਾ ਹੋਇਆ ਜਿਹਨੇ ਪੂਰੀ ਦੁਨੀਆ ਨੂੰ ਜਿੱਤ ਲਿਆ ਸੀਗਾ ਵੀ ਉਹ ਵੀ ਇਸ ਦੁਨੀਆ ਤੋਂ ਸਿਕੰਦਰ ਵੀ ਇਸ ਦੁਨੀਆ ਤੋਂ ਖਾਲੀ ਹੱਥ ਗਿਆ ਇਹ ਮੈਸੇਜ ਸੀ ਉਹਦਾ ਵਾਹ ਬਿਲਕੁਲ ਸਹੀ ਮੈਸੇਜ ਹੈ ਸਾਨੂੰ ਸਮਝ ਲੈਣਾ ਚਾਹੀਦਾ ਹੈ ਤੇ ਇੱਕ ਮੇਰਾ ਸ਼ੇਰ ਹੈ ਕਿ ਸਾਡੇ ਜਿਹੜੀ ਤੁਸੀਂ ਗੱਲ ਕਰਦੇ ਹੋ ਕਹਿੰਦਾ ਕਰਵਟੇ ਬਦਲਤੇ ਦੇਖਾ ਮੈਨੇ ਮੌਸਮ ਕੋ करवटें बदलते देखा मैंने मौसम को कई बहारें आई और कई चली गई मौसम का बदलना तो कुदरत है इंसानों का बदलना क्यों फितरत हुई इंसानों का बदलना क्यों फितरत हुई सानू बदलना नहीं चाहिए ਵੈਰੀ ਨਾਈਸ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੁਰਪ੍ਰੀਤ ਜੀ ਗੱਲ ਕਰਕੇ ਔਰ ਬਹੁਤ ਸਾਰੇ ਸਵਾਲ ਮੇਰੇ ਜ਼ਿਹਨ 'ਚ ਆ ਰਹੇ ਹਨ ਬਹੁਤ ਸਾਰੀਆਂ ਗੱਲਾਂ ਮੇਰੇ ਮਾਈਂਡ 'ਚ ਇਸ ਵੇਲੇ ਚੱਲ ਰਹੀਆਂ ਜਿਹੜੀਆਂ ਤੁਹਾਡੇ ਨਾਲ ਕਰਨ ਨੂੰ ਦਿਲ ਚਾਹ ਰਿਹਾ ਲੇਕਿਨ ਮੈਨੂੰ ਲੱਗਦਾ ਸਾਨੂੰ ਵਕਤ ਇਜਾਜ਼ਤ ਨਹੀਂ ਦੇ ਰਿਹਾ ਲੇਕਿਨ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਚਾਹਾਂਗੀ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਆਪਣੇ ਵੱਲੋਂ ਕੋਈ ਸੁਨੇਹਾ ਦੇ ਕੇ ਜਾਓ ਜਾਂ ਕੋਈ ਟਿਪ ਦੇ ਕੇ ਜਾਓ ਸੁਨੇਹਾ ਦੇਣ ਦੇ ਤਾਂ ਮੈਂ ਕਾਬਿਲ ਨਹੀਂ ਆ ਜਿਸ ਤਰ੍ਹਾਂ ਹਰ ਇੱਕ ਜਿਹੜਾ ਫਾਰਮੈਟ ਹੁੰਦਾ ਟੀਵੀ ਚੈਨਲ ਦਾ ਜਾਂ ਰੇਡੀਓ ਦਾ ਜਾਂ ਮੈਂ ਖੁਦ ਵੀ ਕਿਉਂਕਿ ਜਰਨਲਿਸਟ ਆ ਇਹੀ ਹੁੰਦਾ ਲੇਕਿਨ ਮੈਂ ਸਭ ਨੂੰ ਇਹੀ ਕਹੂੰਗਾ ਕਿ ਆਪਾਂ ਨੂੰ ਸ਼ਾਂਤੀ ਦੀ ਭਾਲ ਕਰਨੀ ਚਾਹੀਦੀ ਹੈ ਆਪਾਂ ਨੂੰ ਪੈਸੇ ਪਿੱਛੇ ਨਹੀਂ ਭੱਜਣਾ ਚਾਹੀਦਾ ਆਪਾਂ ਨੂੰ ਸ਼ੋਹਰਤ ਪਿੱਛੇ ਨਹੀਂ ਭੱਜਣਾ ਚਾਹੀਦਾ ਰੱਬ ਨੇ ਜੋ ਬਖਸ਼ਣਾ ਉਹ ਘਰ ਬੈਠੇ ਵੀ ਬਖਸ਼ ਦੇਣਾ ਇਹ ਸੱਚਾਈ ਹੈ ਤੁਹਾਨੂੰ ਕਰਮ ਕਰਨੇ ਜ਼ਰੂਰ ਪੈਣੇ ਨੇ ਮੈਂ ਮੰਨਦਾ ਲੇਕਿਨ ਜਿਹਨੂੰ ਬਖਸ਼ਣਾ ਹੈ ਜਿਹਨੂੰ ਜਿੰਨਾ ਬਖਸ਼ਣਾ ਉਹਦੀ ਮਰਜ਼ੀ ਦੇ ਮੁਤਾਬਕ ਹੀ ਬਖਸ਼ਿਆ ਜਾਣਾ ਬਿਲਕੁਲ ਬਿਲਕੁਲ ਬਹੁਤ ਵਧੀਆ ਬਿਲਕੁਲ ਤੁਸੀਂ ਸਹੀ ਕਿਹਾ ਰੱਬ ਨੇ ਜਿਹਨੂੰ ਜਿੰਨਾ ਦੇਣਾ ਉਹ ਦੇ ਦੇਣਾ ਲੇਕਿਨ ਕਰਮ ਕਰਨਾ ਸਾਡਾ ਜਿਹੜਾ ਹੈਗਾ ਉਹ ਸਾਨੂੰ ਜ਼ਰੂਰਤ ਹੈ ਸਾਡੀ ਕਰਮ ਕਰਨਾ ਸਾਡਾ ਇੱਕ ਫਰਜ਼ ਬਣਦਾ ਹੈ ਫਲ ਹੈ ਨਾ ਫਲ ਬਾਅਦ ਵਿੱਚ ਉਹ ਕਦੋਂ ਮਿਲਣਾ ਹੈ ਕਿੰਨੀ ਦੇਰ 'ਚ ਮਿਲਣਾ ਹੈ ਉਹ ਰੱਬ ਦੇ ਹੱਥ ਹੈ ਲੇਕਿਨ ਕਰਮ ਜ਼ਰੂਰ ਕਰਦੇ ਰਹਿਣਾ ਚਾਹੀਦਾ ਸੋ ਅਗੇਨ ਥੈਂਕ ਯੂ ਸੋ ਮਚ ਗੁਰਪ੍ਰੀਤ ਜੀ ਤੁਸੀਂ ਆਪਣਾ ਵਕਤ ਦਿੱਤਾ ਸਾਡੇ ਦਰਸ਼ਕਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੀਆਂ ਸ਼ੁਭੇੱਛਾਵਾਂ ਤੁਹਾਡੇ ਨਾਲ ਹਨ ਜੀ ਮੈਂ ਬਹੁਤ ਸਾਂਝ ਮੇਰੀ ਜਾਨ ਮੇਰੀ ਰੂਹ ਉਹਨਾਂ ਨੂੰ ਤੇ ਤੁਹਾਨੂੰ ਜੋਤੀ ਸ਼ਰਮਾ ਜੀ ਨੂੰ ਤੇ ਹੈਰੀ ਬਾਂਸਲ ਜੀ ਜਿਹੜੇ ਇਸ ਇੰਟਰਵਿਊ ਨੂੰ ਇੱਕ ਬਹੁਤ ਅੱਛੀ ਸ਼ੇਪ ਦਿੰਦੇ ਨੇ ਸਾਰਿਆਂ ਨੂੰ ਐਡਿਟ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਨੇ ਉਹਨਾਂ ਸਭ ਦਾ ਧੰਨਵਾਦ ਕਰਦਾ ਤੇ ਗੁਰਪ੍ਰੀਤ ਜੀ ਸਾਡੀ ਟੀਮ ਦੇ ਵਿੱਚ ਇੱਕ ਹੋਰ ਨਵੇਂ ਮੈਂਬਰ ਜੁੜ ਚੁੱਕੇ ਹਨ ਹਨੀ ਜੀ ਸੋ ਉਹ ਇਸ ਵੇਲੇ ਬੈਠੇ ਹਨ ਇਸ ਇੰਟਰਵਿਊ ਨੂੰ ਦੇਖ ਰਹੇ ਹਨ ਜਿਹੜੇ ਔਨ 에ਅਰ ਕਰਨਗੇ ਇਹਨੂੰ ਤੇ ਉਹ ਵੀ ਬਹੁਤ ਅੱਛਾ ਕੰਮ ਕਰ ਰਹੇ ਹਨ ਮੈਂ ਕਿਹਾ ਤੁਹਾਨੂੰ ਦੱਸਦੀ ਸ਼ਾਇਦ ਪਤਾ ਨਹੀਂ ਹੋਏਗਾ ਸਾਡੀ ਫੈਮਿਲੀ 'ਚ ਇੱਕ ਹੋਰ ਐਡੀਸ਼ਨ ਹੋ ਚੁੱਕਾ ਹੈ ਮੈਨੂੰ ਕਿਉਂਕਿ ਹੁਣੀ ਪਤਾ ਚੱਲਿਆ ਤੇ ਐਵੇਂ ਬੌਬ ਜੀ ਨੇ ਮੈਨੂੰ ਦੱਸਿਆ ਕਿ ਇੰਡੀਆ ਤੋਂ ਇੱਕ ਜਿਹੜੇ ਗੁਰਜੀਤ ਜੀ ਨੇ ਤੇ ਹਨੀ ਜੀ ਤੇ ਹੋਰ ਵੀ ਟੀਮ ਦੇ ਜਿਹੜੇ ਮੈਂਬਰ ਨੇ ਸਾਰੇ ਜਿੰਨੇ ਵੀ ਨੇ ਸਾਰਿਆਂ ਨੂੰ ਮੈਂ ਮਨ ਦੇ ਵਿੱਚੋਂ ਆਪਣੀ ਰੂਹ ਦੇ ਵਿੱਚੋਂ ਇੱਕ ਆਵਾਜ਼ ਆ ਰਹੀ ਹੈ ਕਿ ਇਹ ਚੈਨਲ ਦਿਨੇ 8 ਗੁਣਾ ਤੇ ਰਾਤ ਨੂੰ 16 ਗੁਣਾ ਤਰੱਕੀ ਕਰੇ ਮੈਂ ਇਹ ਈਡੀਅਮ ਚੇਂਜ ਕਰ ਰਿਹਾ ਜਿਹੜਾ ਦਿਨ ਦੁੱਗਣੀ ਤੇ ਰਾਤ ਚੌਗਣੀ ਸੀ ਇਹ ਹੈਗਾ ਦਿਨੇ 8 ਗੁਣਾ ਤੇ ਰਾਤ ਨੂੰ 16 ਗੁਣਾ ਤਰੱਕੀ ਕਰੇ ਪਰਮਾਤਮਾ ਅੱਗੇ ਇਹ ਅਰਦਾਸ ਹੈ ਮੇਰੀ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਹਮੇਸ਼ਾ ਤੁਹਾਡੀ ਸਪੋਰਟ ਰਹੀ ਹੈ ਸਾਂਝਾ ਪੰਜਾਬ ਟੀਵੀ ਨੂੰ ਔਰ ਸਾਡੀਆਂ ਦੁਆਵਾਂ ਵੀ ਤੁਹਾਡੇ ਨਾਲ ਹਮੇਸ਼ਾ ਰਹਿਣਗੀਆਂ ਜੀ ਥੈਂਕ ਯੂ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਤੇ ਚਲੋ ਜੀ ਅਸੀਂ ਲੈਂਦੇ ਹਾਂ ਇਸ ਨਾਲ ਤੁਹਾਡੇ ਤੋਂ ਇਜਾਜ਼ਤ ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਜੇ ਤੁਸੀਂ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈ 6478987769 ਸਾਂਝਾ ਪੰਜਾਬ ਰੇਡੀਓ ਤੁਸੀਂ ਸੁਣ ਸਕਦੇ ਹੋ ਐਵਰੀ ਸੈਟਰਡੇ ਫਰੋਮ 10 to 11 ਐਵਰੀ ਸੰਡੇ ਫਰੋਮ 10 to 12 ਔਨ 14:30 AM ਐਂਡ ਸਾਡੇ ਜਿੰਨੇ ਵੀ ਸੋਸ਼ਲ ਮੀਡੀਆ ਹੈਂਡਲਸ ਹਨ ਉੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਉਹਨਾਂ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸਾਡੀ ਇਹ ਕੋਸ਼ਿਸ਼ ਹਮੇਸ਼ਾ ਰਹੇਗੀ ਕਿ ਵਧੀਆ ਵਧੀਆ ਸ਼ਖਸੀਅਤਾਂ
ਤੁਹਾਨੂੰ ਇਸ ਚੈਨਲ ਦੇ ਥਰੂ ਤੁਹਾਡੇ ਸਾਰਿਆਂ ਨਾਲ ਰੂਬਰੂ ਕਰਵਾਇਆ ਜਾਵੇ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਆਪਣਾ ਸਾਰੇ ਧਿਆਨ ਰੱਖ ਰਹੇ ਹੋ, ਆਪਣਾ ਵੀ ਧਿਆਨ ਰੱਖ ਰਹੇ ਹੋ ਤੇ ਆਪਣਿਆਂ ਦਾ ਵੀ ਧਿਆਨ ਰੱਖ ਰਹੇ ਹੋ, ਖੁਸ਼ੀਆਂ ਵੰਡ ਰਹੇ ਹੋ ਤੇ ਖੁਸ਼ ਰਹਿ ਰਹੇ ਹੋ। ਖੁਸ਼ ਰਹਿਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਖੁਸ਼ ਰਹੋ, ਤੰਦਰੁਸਤ ਰਹੋ, ਇਹੀ ਸਾਡੀ ਅਰਦਾਸ ਹੈ। ਵਾਪਸ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ, ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਜੋਤੀ ਨੂੰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।